ਸੁੰਦਰਨਗਰ ਡਿਵੀਜ਼ਨ ਦੇ ਵਿੱਚ ਖੜੇ ਆ। ਕਿਤੇ ਨਾ ਕਿਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਇੱਕ ਵਾਰ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਉਹ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਆਗੂ ਨੇ PSCB ਇੰਟਕ ਲੁਧਿਆਣੇ ਦੇ ਫੈਡਰੇਸ਼ਨ ਦੇ ਨਾਲ ਚੱਲਦੇ ਨੇ। ਔਰ ਗੱਲ ਕਰੀਏ ਤਾਂ ਰਸ਼ਪਾਲ ਸਿੰਘ ਜੀ ਜਿਹੜੇ ਕਿ ਜਨਰਲ ਸਕੱਤਰ ਨੇ ਜਥੇਬੰਦੀ ਵੱਲੋਂ, ਜਿਹੜੇ ਕਿ 3 ਜਾਂ 4 ਦਿਨ ਪਹਿਲਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਕਿ ਬਿਜਲੀ ਬੋਰਡ ਦੇ ਜਿਹੜੇ ਉਹ ਮੁਲਾਜ਼ਮ ਸੀਗੇ, ਲਾਈਨਮੈਨ ਸੀਗੇ, ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਸੀਗੇ, ਰਾਤ ਨੂੰ ਔਨ ਡਿਊਟੀ अपनी सेवावां निभाते हुए कितने किते बिजली दुरुस्त करके दफ्तर में वापस जाते पे सीगे। पर बस्ती चौक के कोल और ताजपुर रोड की गल करिए तो कितने किते उन्होंने उत्ते अणपछाते बंदियां वालों हमला करके चोरां वालों जिथे उन्होंने सट्टां मारी गई, गंभीर हालात दे विच हस्पतालों में दाखिल ने। और ईवन कि उन्होंने जेब दे कैश पैसा सीगा जिहड़ा कि वह भी लुट लिया गया और जेरे इलाज ने। पर किते ना किते पुलिस प्रशासन वालों जिद्दां कि दरखास्त दी गई उन्होंने वालों क्या कि पुलिस प्रशासन इहो जिहे चोरां दे उत्ते नत्थ पाउण दे विच किते ना किते जिद्दां प्रशासन 24 घंटे सरगर्म रहंदा, पर इस केस दे विच पुलिस ने मुस्तैदी नहीं दिखाई। गलबात करते हैं रघवीर सिंह जी दे नाल सर डिपार्टमेंट के जो मुलाजिम ने रशपाल सिंह जी डिपार्टमेंट के 2 बंदे सीगे जिद्दां पता लग्या कि ऑन ड्यूटी सीगे, ड्यूटी दे काम करते पे सीगे, ऑन ड्यूटी थोड़े साथी भी उन्होंने नाल सीगे, वापस जा रहे सीगे। एक मंदभागी घटना हो गई। किद्दां दी हालात आ बंदियां दे जेरे इलाज ने हॉस्पिटल दे विच मिलदे हो, ड्यूटी ते आ रहे कि कित्थे ने इस टाइम? मैं रशपाल सिंह डिप्टी जनरल सकੱਤਰ पंजाब। असी अज जिहड़ा जिथे पानी ते हड़ां दी मार करके सारे पंजाब दे विच जिहड़ी बिजली आ वो अस्त व्यस्त होई हुई आ, ਉਹਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਵਾਸਤੇ ਸਾਡੇ ਬੰਦੇ ਜਿਹੜੇ ਦਿਨ ਰਾਤ ਜਿਹੜੇ ਆ, ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਿ 4-4 5-5 ਫੁੱਟ ਪਾਣੀ ਦੇ ਵਿੱਚ ਵੀ ਜਿਹੜੇ ਆ ਉਹ ਸਪਲਾਈ ਆ, ਵੀ ਕੋਈ ਹਾਦਸਾ ਨਾ ਵਾਪਰ ਜਾਏ, ਕਿਸੇ ਦਾ ਕੋਈ ਪਸ਼ੂ ਜਾਂ ਜਾਨਵਰ ਜਾਂ ਕੋਈ ਮੰਦਭਾਗੀ ਬੰਦਿਆਂ ਦੀ ਘਟਨਾ ਨਾ ਵਾਪਰ ਜਾਏ, ਉਸ ਦੇ ਸੰਬੰਧ ਦੇ ਵਿੱਚ ਜਿਹੜੇ ਆ ਉਹ ਪਾਣੀ ਦੇ ਵਿੱਚ ਜਾ ਕੇ ਬੰਦੇ ਕੰਮ ਕਰ ਰਹੇ ਆ। ਤੇ ਉਸ ਦੇ ਉਲਟ ਜਿਹੜਾ ਸਰਕਾਰੀ ਤੰਤਰ ਆ ਉਹਦੇ ਨਾਲ ਸਾਡੇ ਬੰਦੇ ਜਿਹੜੇ ਸਪਲਾਈ ਚਾਲੂ ਕਰਨ ਦੇ ਵਿੱਚ, ਸਾਡਾ ਦੀਪਕ ਕੁਮਾਰ ਆ ਉਹ ਜਿਹੜਾ ਸਪਲਾਈ ਚਾਲੂ ਕਰਾ ਕੇ ਜਿਹੜੇ ਉਹ ਜਾ ਰਿਹਾ ਸੀ ਦਫ਼ਤਰ ਵੱਲ ਨੂੰ, ਤੇ ਰਾਹ ਦੇ ਵਿੱਚ ਜਿਹੜੇ ਕੋਈ ਗਲਤ ਅਨਸਰ ਸੀ, ਗੁੰਡੇ ਅਨਸਰਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ, ਜਿਹੜਾ ਕਿ ਉਹਦੇ ਵਿੱਚ ਜਿਹੜਾ ਉਹਦਾ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਆ, ਐਕਟਿਵਾ ਜਿਹੜੀ ਸੀ ਉਹਦੀ ਚਾਬੀ ਖੋਹ ਕੇ ਲੈ ਗਏ, ਤੇ ਉਹਦੇ ਨਾਲ ਜਿਹੜਾ ਡਿੱਗੀ ਦੇ ਵਿੱਚ ਸਮਾਨ ਸੀਗਾ ਉਹ ਲੈ ਗਏ, ਨਾਲ ਉਹਦਾ ਟਿਫਨ ਵਗੈਰਾ ਸੀਗਾ। ਕਿੰਨੀਆਂ ਕਾਨੂੰਨੀਆਂ ਜਿਹੜੀਆਂ ਹਰਕਤਾਂ ਉਹ ਵੀ ਨਾਲ ਉਹ ਜਿਹੜੇ ਕਰਦੇ ਆ। ਔਰ ਕੁਦਰਤੀ ਉਹਨੇ ਪਰਿਵਾਰ ਵਾਸਤੇ ਜਿਹੜਾ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਜਿਹੜਾ ਸੀ ਕੋਈ ਕੈਸ਼ ਸੀਗਾ ਕੋਈ ਲਗਭਗ 8000 ਦੇ ਉਹ ਕਢਾਇਆ ਹੋਇਆ ਸੀਗਾ, ਤੇ ਲਟੇਰੇ ਜਿਹੜੇ ਆ ਉਹ ਵੀ ਉਹਦੇ ਕੋਲ ਲੈ ਗਏ। ਇਹ ਕੁਦਰਤ ਵੱਲੋਂ ਬਚਾ ਰਿਹਾ ਕਿ ਉਹਨਾਂ ਨੇ ਜਿਹੜਾ ਦਾਤ ਸੀਗਾ ਉਹ ਕੱਪੜੇ ਦੇ ਵਿੱਚ ਰੈਪ ਕੀਤਾ ਹੋਇਆ ਸੀ, ਨਹੀਂ ਤਾਂ ਜਿਸ ਤਰ੍ਹਾਂ ਉਹ ਮਾਰਿਆ ਉਹਨਾਂ ਨੇ ਉਹ ਗੁੱਝੀ ਸੱਟ ਲੱਗੀ, ਨਹੀਂ ਤਾਂ ਉਹਦੇ ਨਾਲ ਜਿਹੜੀ ਸੀ ਬਾਂਹ ਸਾਥੀ ਦੀ ਕੱਟੀ ਜਾ ਸਕਦੀ ਸੀ। ਇਸ ਤੋਂ ਬਚਾ ਰਿਹਾ। ਤੇ ਵਾਰਦਾਤ ਕਿਹੜੀ ਜਗ੍ਹਾ ਤੇ ਹੋਈ ਸੀਗੀ? ਇਨਸੀਡੈਂਟ ਕਿੰਨੇ ਵਜੇ ਦਾ ਔਰ ਕਿੱਥੇ ਦੀ ਘਟਨਾ ਹੈ ਇਹ ਜੀ? ਜਿਹੜੀ ਭਾਮੀਆਂ ਜਿਹੜਾ ਹੈਗਾ ਸਾਡਾ ਭਾਮੀਆਂ ਖੁਰਦ, ਉਹਦੇ ਲਾਗੇ ਸਾਥੀ ਸੀ ਜਿਹੜੇ ਰਾਤ ਨੂੰ ਲਾਈਨ ਚਾਲੂ ਕਰਾ ਰਹੇ ਸੀਗੇ, ਤੇ ਉੱਥੇ ਇਹ ਜਿਹੜੀ ਆ ਘਟਨਾ ਰਾਤ ਸਮੇਂ ਵਾਪਰੀ ਆ। ਤੇ ਦੂਜਾ ਸਾਥੀ ਜਿਹੜਾ ਸਾਡਾ ਉਹ ਤਾਂ ਇੰਨੀ ਹਨੇਰਗਰਦੀ ਆ ਵੀ ਬਸਤੀ ਜੋਧੇਵਾਲ ਤੋਂ ਥਾਣੇ ਦੇ ਬਿਲਕੁਲ ਸਾਹਮਣੇ ਜਿਹੜੀ ਆ, ਥਾਣੇ ਦੇ ਬਿਲਕੁਲ ਸਾਹਮਣੇ ਜਿਹੜਾ ਬਸਤੀ ਥਾਣਾ ਸਾਡਾ ਵੱਜਦਾ ਆ, ਉਹਦੇ ਬਿਲਕੁਲ ਸਾਹਮਣੇ ਰਾਤ ਸਮੇਂ ਲਗਭਗ 3:30-4 ਵਜੇ ਦੇ ਲਗਭਗ ਜਿਹੜੀ ਘਟਨਾ ਵਾਪਰੀ ਆ, ਜਿਹਦੀ ਕਿ FIR ਵੀ ਦਰਜ ਕਰਾਈ ਆ ਸਾਥੀ ਵੱਲੋਂ। ਤੇ ਉਹ ਜਿਹੜਾ ਸਾਥੀ ਸਾਡਾ ਹੈਗਾ ਹਿਰਦੇ ਰਾਮ, ਉਹ ਇਲਾਜ ਅਧੀਨ ਹੈ, ਤੇ ਉਹਦੇ ਸਾਥੀਓ ਜਿਹੜੀ ਸੀ ਬਾਂਹ ਜਿਹੜੀ ਉਹਦੇ ਜਦੋਂ ਸੱਟ ਚੋਟ ਮਾਰੀ ਆ ਤੇ ਬਾਂਹ ਜਿਹੜੀ ਉਹਦੀ ਫ੍ਰੈਕਚਰ ਹੋ ਗਈ ਆ, ਤੇ ਉਹ 'ਚ ਪਲੇਟ ਵਗੈਰਾ ਪਕਾ ਕੇ ਉਹਦਾ ਪਲਸਤਰ ਆ, ਅਜੇ ਜੇਰੇ ਇਲਾਜ ਹੈਗਾ। ਉਹ ਕਿਹੜੇ ਹਸਪੀਟਲ ਨੇ ਸਰ? ਉਹ ਜੀ ਪਹਿਲਾਂ ਤਾਂ ਸਿਵਲ ਹਸਪਤਾਲ ਗਏ, ਤੇ ਉਸ ਤੋਂ ਬਾਅਦ ਜੇ ਨਹੀਂ ਹੋਇਆ ਤਾਂ ਦੁਬਾਰਾ ਪ੍ਰਾਈਵੇਟ ਜਿਹੜੇ ਉਹ ਹਸਪੀਟਲ ਦੇ ਵਿੱਚੋਂ ਆਪਣਾ ਟ੍ਰੀਟਮੈਂਟ ਕਰਵਾ ਰਹੇ ਆ। ਤੇ ਅਸੀਂ ਅੱਜ ਇਸੇ ਵਿਸ਼ੇ ਤੇ ਆਏ ਸੀ ਵੀ ਜਿਹੜਾ ਆ ਸਾਡੀ ਮੈਨੇਜਮੈਂਟ ਵੱਲੋਂ ਬੇਸ਼ੱਕ ਇਹ ਉਹਨਾਂ ਦਾ FIR ਦਰਜ ਕਰਾਉਣਾ ਜਿਹੜਾ ਡਿਪਾਰਟਮੈਂਟ ਦਾ ਕੰਮ ਸੀ, ਪਰ ਉਹ ਬੰਦੇ ਨੇ ਆਪਣੇ ਪਰਸਨਲ ਤੌਰ ਤੇ ਜਿਹੜਾ ਜ਼ਖਮੀ ਹੋਣ ਦੇ ਬਾਵਜੂਦ ਹੀ FIR ਦਰਜ ਕਰਾਈ ਆ, ਤੇ ਸਾਡੇ ਜਿਹੜੇ ਡਿਪਾਰਟਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉੱਤੇ। ਤੇ ਅਸੀਂ ਅੱਜ ਐਕਸ਼ਨ ਸਾਹਿਬ ਸਾਡੇ ਜੰਡੂ ਸਾਹਿਬ ਜਿਹੜੇ ਆ ਸੁੰਦਰਨਗਰ ਸਪੈਸ਼ਲ ਡਿਵੀਜ਼ਨ ਦੇ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਵੀ ਉਹਦੇ ਤੇ ਜਿਹੜੀ ਆ ਦੁਬਾਰਾ ਆਪਣੇ ਵੱਲੋਂ ਜਿਹੜੀ ਆ ਲੈਟਰ ਉਹ ਦੇ ਕੇ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇ। ਜੇਕਰ ਇਹ ਕੰਮ ਨਹੀਂ ਹੁੰਦਾ ਤਾਂ ਅੱਗੇ ਵਾਸਤੇ ਜਿਹੜੀ ਆ ਉਹ ਸਪਲਾਈ ਜਿਹੜੀ ਆ ਚਾਲੂ ਕਰਨ ਵਾਸਤੇ ਰਾਤ ਸਮੇਂ ਸਾਡੇ ਬੰਦੇ ਜਿਹੜੇ ਉਹ ਡਿਊਟੀਆਂ ਨਹੀਂ ਦਿਆ ਕਰਨਗੇ। ਬੇਸ਼ੱਕ ਥਾਣਾ ਜਿਹੜਾ ਬਸਤੀ ਜੋਧੇਵਾਲ ਉਹਦੀ ਸਪਲਾਈ ਵੀ ਇੱਥੋਂ ਹੀ ਚੱਲਦੀ ਆ, ਉਹ ਵੀ ਪਿਛਲੇ ਸਮੇਂ ਸਾਨੂੰ ਸ਼ਾਇਦ ਥਾਣੇ ਵਾਲਿਆਂ ਨੂੰ ਯਾਦ ਹੋਏਗਾ ਵੀ ਇੱਕ ਵਾਰੀ ਇਹੋ ਜਿਹੀ ਘਟਨਾ ਵਾਪਰ ਗਈ ਸੀ ਤਾਂ ਅਸੀਂ ਥਾਣੇ ਦੀ ਸਪਲਾਈ ਵੀ ਬੰਦ ਕੀਤੀ ਸੀ, ਜਿਸ 'ਚ ਮੈਂ ਮੌਜੂਦ ਸੀ। ਤੇ ਇਹੋ ਜਿਹੀਆਂ ਜੇ ਨਹੀਂ ਤਾਂ ਉਹ ਇਹ ਘਟਨਾ ਕਿਸੇ ਤੋਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਵੀ ਜਿਹੜੇ ਸਾਡੀ ਮੰਗ ਆ ਵੀ ਜਲਦੀ ਤੋਂ ਜਲਦੀ ਜਿਹੜੇ ਲਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਜਾਇਜ਼ ਜਿਹੜੀ ਆ ਮੰਗ ਉਹਨਾਂ ਨੂੰ ਮੰਨੀ ਜਾਏ। ਔਰ ਨਾਲ ਅਸੀਂ ਜੰਡੂ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਆ ਵੀ ਰਾਤ ਸਮੇਂ ਜਿਹੜੇ ਸਾਡੇ ਮੁਲਾਜ਼ਮ ਆ ਉਹਨਾਂ ਨੂੰ ਗੱਡੀਆਂ ਜਿਹੜੀਆਂ ਮਹਿਕਮੇ ਵੱਲੋਂ ਦਿੱਤੀਆਂ ਹੋਈਆਂ ਮੁਹੱਈਆ ਕਰਾਈਆਂ ਜਾਣ, ਤਾਂ ਉਹ ਜਿਹੜੀ ਆ ਪੈਟਰੋਲਿੰਗ ਉਹ ਗੱਡੀਆਂ ਤੇ ਕਰਿਆ ਕਰਨਗੇ, ਤਾਂ ਕਿ ਜਿਹੜੀ ਆ ਜਾਨ ਮਾਲ ਦੀ ਉਹਨਾਂ ਦੀ ਜਿਹੜੀ ਰੱਖਿਆ ਹੋ ਸਕੇ। ਤੇ ਇਸੇ ਦੇ ਨਾਲ ਸਾਨੂੰ ਜਿਹੜੇ ਜੰਡੂ ਸਾਹਿਬ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਡਿਪਾਰਟਮੈਂਟ ਵੱਲੋਂ ਚਿੱਠੀ ਵੀ ਲਿਖਾਂਗੇ, ਸਖਤ ਜਿਹੜੀ ਚਿੱਠੀ ਲਿਖ ਕੇ ਜਲਦੀ ਕਾਰਵਾਈ ਦੀ ACP ਸਾਹਿਬ ਨੂੰ ਲਿਖ ਕੇ ਮੰਗ ਕਰਾਂਗੇ। ਜੇ ਨਾ ਹੋਈ ਇਹ ਕਾਰਵਾਈ
ਤਾਂ ਸਾਡੇ ਜਿਹੜੇ ਮੁਲਾਜ਼ਮ ਆ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸੰਘਰਸ਼ ਦੇ ਰੂਪ ਦੇ ਵਿੱਚ ਜਿਹੜੀ ਆ ਸਪਲਾਈ ਵੀ ਬੰਦ ਹੋ ਸਕਦੀ ਆ, ਕੰਮ ਵੀ ਬੰਦ ਹੋ ਸਕਦਾ। ਉਹ ਜਿਹੜੇ ਅਗਲੇ ਐਕਸ਼ਨ ਜੇ ਨਹੀਂ ਕਾਰਵਾਈ ਹੁੰਦੀ ਤਾਂ ਪ੍ਰਸ਼ਾਸਨ ਦੇ ਵਿਰੁੱਧ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਜਿਹੜੀ ਆ ਉਹ ਆਪਣੀ ਹੋਏਗੀ। ਧੰਨਵਾਦ ਸਰ। ਸਤੀਸ਼ ਕੁਮਾਰ ਜੀ ਵੀ ਸਾਡੇ ਨਾਲ ਮੌਜੂਦ ਨੇ। ਜਿੱਦਾਂ ਕਿ ਗੱਲ ਕਰੀਏ ਯੂਨੀਅਨ ਦੀ ਗੱਲ ਕਰੀਏ ਤਾਂ ਪੂਰੀ ਦੀ ਪੂਰੀ ਯੂਨੀਅਨ ਬਿਜਲੀ ਬੋਰਡ ਦੀ ਜਿਹੜੇ ਉਹ ਕਰਮਚਾਰੀ ਤੁਹਾਨੂੰ ਦਿਖਾਈ ਦਿੰਦੇ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਲਗਾਤਾਰ ਖੂਨ ਪਸੀਨਾ ਵਹਾ ਕੇ ਬਿਜਲੀ ਚਾਲੂ ਕਰਨ ਦੇ ਲਈ ਲੋਕਾਂ ਦੇ ਵਿੱਚ 24 ਘੰਟੇ ਸਵੇਰਦੇ ਨੇ। ਸਤੀਸ਼ ਕੁਮਾਰ ਜੀ ਲਗਾਤਾਰ ਜਿਸ ਤਰ੍ਹਾਂ ਕਿ ਪਤਾ ਲੱਗਾ 3 ਜਾਂ 4 ਦਿਨ ਤੋਂ ਤੁਹਾਡੇ ਆਗੂਆਂ ਦੇ ਉੱਤੇ ਹਮਲੇ ਹੋ ਰਹੇ ਆ। ਸਪੌਟ ਦੇ ਉੱਤੇ ਕਿਤੇ ਨਾ ਕਿਤੇ ਕੋਈ ਕੈਮਰੇ ਲੱਗੇ ਆ, ਪੁਲਿਸ ਨੇ ਕੋਈ ਆਇਡੈਂਟੀਫਾਈ ਸੀਸੀਟੀਵੀ ਫੁਟੇਜ ਮਿਲੀ ਆ ਕਿਹੜੇ ਵਹੀਕਲਾਂ ਦੇ ਉੱਤੇ ਉਹ ਬੰਦੇ ਆਏ ਸੀਗੇ, ਕੋਈ ਨੰਬਰ ਟਰੇਸ ਹੋਏ ਹੋਣ, ਕੋਈ ਬੰਦਿਆਂ ਦੇ ਚਿਹਰੇ ਆਇਡੈਂਟੀਫਾਈ ਹੈਗੇ ਹਜੇ ਤੱਕ ਪੁਲਿਸ ਨੇ ਦੱਸਿਆ ਕੁਝ ਤੁਹਾਨੂੰ? ਇਹਦੇ ਬਾਰੇ ਜਿਹੜੇ ਕੈਮਰੇ ਨੇ ਉਹ ਅਸੀਂ ਆਪ ਚੈੱਕ ਕਰਾਏ ਨੇ। ਦੀਪਕ ਕੁਮਾਰ ਨਾਲ ਜਿਹੜੀ ਘਟਨਾ ਭਾਮੀਆਂ ਵਿਖੇ ਵਾਪਰੀ ਸੀ ਉੱਥੇ ਕੈਮਰੇ ਜਿਹੜੇ ਆ ਅਸੀਂ ਆਪ ਦੇਖਿਆ ਕਿ ਕੈਮਰੇ ਉੱਥੇ ਘਰਾਂ ਦੇ ਵਿੱਚ ਲੱਗੇ ਹੋਏ ਨੇ, ਗਲੀਆਂ ਦੇ ਵਿੱਚ। ਅਸੀਂ ਉਹਦੇ ਬਾਰੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਸੀ ਕਿ ਕੈਮਰੇ ਜਿਹੜੇ ਆ ਚੈੱਕ ਕਰਕੇ ਉਹਦੇ ਵਿੱਚੋਂ ਇਹ ਚੋਰਾਂ ਨੂੰ ਜਿਹੜਾ ਟ੍ਰੇਸ ਕਰਕੇ ਤੇ ਉਹਨਾਂ ਨੂੰ ਜਿਹੜੀ ਕੀਤੀ ਜਾਵੇ। ਤਾਂ ਉਹਦੇ ਉਪਰਾਲਾ ਨਹੀਂ ਕੀਤਾ ਗਿਆ। ਸਾਥੀ ਦੀਪਕ ਨੂੰ ਇੱਕ ਅੱਧੀ ਵਾਰ ਜਿਹੜਾ ਦੱਸਿਆ ਗਿਆ ਕਿ ਆ ਜਿਹੜੇ ਨੇ ਚੋਰ ਫੜੇ ਗਏ ਨੇ ਇਹ 'ਚ ਉਹ ਤਾਂ ਨਹੀਂ ਜਿਨ੍ਹਾਂ ਨੇ ਤੁਹਾਡੇ ਨਾਲ ਵਾਰਦਾਤ ਕੀਤੀ, ਤਾਂ ਪਰੰਤੂ ਉਹ ਨਹੀਂ ਸੀ। ਉਹਦੇ ਨਾਲ ਹੀ ਜਿਹੜਾ ਅਸੀਂ ਪਿੱਛੇ ਇਹ ਸੁੰਦਰ ਨਗਰ ਡਿਵੀਜ਼ਨ ਦੇ ਵਿੱਚ 10 ਦਿਨ ਦੇ ਵਿੱਚ ਦੂਜੀ ਘਟਨਾ ਇਹ ਘਟੀ ਹੈ ਕਿ ਪਹਿਲੇ ਦੀਪਕ ਕੁਮਾਰ ਦੇ ਨਾਲ ਤੇ ਹੁਣ ਹਿਰਦੇ ਰਾਮ ਜੋ ਕਿ ਲਗਭਗ ਤਕਰੀਬਨ ਪੌਣੇ 4 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਇਹ ਘਟੀ ਹੈ, ਜਿਹਦੇ ਵਿੱਚ ਉਸ ਤੋਂ ਪਹਿਲੇ 3:30 ਵਜੇ ਵਿਪਨ ਸੂਦ ਐਸਡੀਓ ਦੇ ਨਾਲ ਹਿਰਦੇ ਰਾਮ ਦੀ ਗੱਲ ਹੁੰਦੀ ਹੈ ਕਿ ਕਿਹੜੇ ਕਿਹੜੇ ਫੀਡਰ ਬੰਦ ਨੇ, ਤੇ ਉਹਨਾਂ ਕਿਹਾ ਕਿ ਐਮਆਰਪੀ ਫੀਡਰ ਜਿਹੜਾ ਸੁਭਾਸ਼ ਨਗਰ ਵਿਖੇ ਏਰੀਆ ਚੱਲਦਾ ਹੈ ਕਿ ਉਹ ਫੀਡਰ ਬੰਦ ਹੈ। ਉਹਦੀ ਪੈਟਰੋਲਿੰਗ ਕਰਨ ਤੋਂ ਬਾਅਦ ਜਦੋਂ ਫੀਡਰ ਜਿਹੜਾ ਚਾਲੂ ਕੀਤਾ ਗਿਆ ਤਾਂ ਜਦੋਂ ਵਾਪਸੀ ਆ ਰਹੀ ਸੀ ਤਾਂ ਰਾਹ ਦੇ ਵਿੱਚ ਲਟੇਰਿਆਂ ਨੇ ਉਹਦਾ ਪਹਿਲਾਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਮੋਟਰਸਾਈਕਲ ਖੋਹ ਕੇ ਤੇ ਉਹਦੀ ਜਿਹੜੀ ਚਾਬੀ ਕੱਢ ਕੇ ਉਹਦੇ ਨਾਲ ਹੱਥੋਂ-ਪਾਈ ਕੀਤੀ ਗਈ, ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸਾਥੀ ਵੱਲੋਂ ਪੂਰਾ ਜਿਹੜਾ ਉਹ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਜਿਹਦੇ ਤਹਿਤ ਉਹਨਾਂ ਨੇ ਤਹਿਸ ਵਿੱਚ ਆ ਕੇ ਸਾਥੀ ਹਿਰਦੇ ਰਾਮ ਦੀ ਬਾਂਹ ਦੇ ਉੱਤੇ ਜਿਹੜਾ ਉਹ ਦਾਤ ਨਾਲ ਵਾਰ ਕਰਕੇ ਉਹਦੀ ਬਾਂਹ ਦੇ ਉੱਤੇ ਵਾਰ ਕਰਨ ਦੇ ਨਾਲ ਇਹਦਾ ਜਿਹੜਾ ਖੂਨ ਜਿਹੜਾ ਕਾਫੀ ਬਾਂਹ ਦੇ ਵਿੱਚੋਂ ਨਿਕਲਿਆ ਤੇ ਨਾਲ ਹੀ ਜਿਹੜੀ ਆ ਬਾਂਹ 2 ਜਗ੍ਹਾ ਦੇ ਉੱਤੋਂ ਫ੍ਰੈਕਚਰ ਹੋਈ ਹੈ, ਜੋ ਕਿ ਪਹਿਲੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੇ ਆਪਣਾ ਟ੍ਰੀਟਮੈਂਟ ਕਰਾਇਆ। ਜੋ ਉੱਥੇ ਤਸੱਲੀ ਨਾ ਹੋਈ ਫਿਰ ਉਹ ਸਰਵ ਹਸਪੀਟਲ ਚੰਡੀਗੜ੍ਹ ਰੋਡ ਤੇ ਉੱਥੇ ਜਿਹੜਾ ਜੇਰੇ ਇਲਾਜ ਚੱਲ ਰਹੇ ਨੇ, ਜਿਹਦੇ ਵਿੱਚ ਬੜੀ ਦੁਖਵਾਈ ਗੱਲ ਇਹ ਹੈ ਕਿ ਅਸੀਂ ਐਕਸ਼ਨ ਜੰਡੂ ਸਾਹਿਬ ਜਿਹੜੇ ਕਿ ਸੁੰਦਰ ਡਿਵੀਜ਼ਨ ਦੇ ਐਕਸ ਸਾਹਿਬ ਨੇ ਉਹਨਾਂ ਦੇ ਬਾਰੇ ਅਸੀਂ ਉਹਨਾਂ ਨੂੰ ਇਹ ਜਾਣਕਾਰੀ ਤੇ ਨਾਲ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਤੁਸੀਂ 2 ਵਾਰ ਇਹ ਘਟਨਾ ਘਟੀ ਹੈ ਇਹਦੇ ਤੇ ਤੁਸੀਂ ਜਿਹੜਾ ਐਕਸ਼ਨ ਕੀ ਲਿਆ, ਕੀ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਇਹਦੇ ਬਾਰੇ ਤੁਸੀਂ ਕੋਈ ਵਾਰਤਾਲਾਪ ਕੀਤੀ ਆ ਜਾਂ ਤੁਸੀਂ ਕੋਈ ਰਿਮਾਈਂਡਰ ਕੱਢਿਆ? ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਦੋਂ ਮੌਕੇ ਤੇ ਜਿਹੜੀ ਸਾਡੀ ਗੱਲ ਹਿਰਦੇ ਨਾਲ ਹੋਈ ਸੀ ਤੇ ਉਹਨਾਂ ਵੱਲੋਂ ਨਿੱਜੀ ਤੌਰ ਤੇ ਜਿਹੜੀ FIR ਹੈ ਉਹ ਜਿਹੜੀ ਦਰਜ ਕਰਾਈ ਗਈ ਸੀ, ਪਰੰਤੂ ਕੋਈ ਜਿਹੜੀ ਠੋਸ ਕਾਰਵਾਈ ਜਿਹੜੀ ਹੈ ਅਜੇ ਤੱਕ ਨਹੀਂ ਹੋਈ। ਜਿਹੜਾ ਕਿ ਅਸੀਂ ਆਪਣਾ ਪ੍ਰੋਟੈਸਟ PSC ਐਮਪਲਾਈ ਫੈਡਰੇਸ਼ਨ ਏਟਕ ਮੈਂ ਲੁਧਿਆਣੇ ਜ਼ੋਨ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਸਾਥੀ ਰਿਸ਼ਪਾਲ ਸਿੰਘ ਜਿਹੜੇ ਕਿ ਸੂਬਾ ਸਕੱਤਰ ਨੇ ਪੰਜਾਬ ਦੇ ਅਤੇ ਸਾਥੀ ਮਹਿਦੂਦਾ ਜੀ ਤੇ ਨਾਲ ਸਾਡੇ ਸਾਥੀ ਦੀਪਕ ਤੇ ਕਰਤਾਰ ਚੰਦ ਤੇ ਅਮਰਜੀਤ ਜੀ ਸਾਰੇ ਸਮੁੱਚੇ ਤੌਰ ਤੇ ਮੇਰੇ ਆ ਤੇ ਉਹਨਾਂ ਨਾਲ ਮੰਗ ਕੀਤੀ ਹੈ ਤੇ ਨਾਲ ਅਸੀਂ ਪੈਟਰੋਲ ਜਾਂ ਆਪਣਾ ਪ੍ਰੋਟੈਸਟ ਹੈ ਇਹ ਜ਼ਾਹਰ ਕੀਤਾ ਹੈ ਕਿ ਜੇਕਰ ਇਸ ਢੰਗ ਦੀਆਂ ਘਟਨਾਵਾਂ ਚੱਲਦੀਆਂ ਰਹਿਣਗੀਆਂ ਤਾਂ ਸਾਡੇ ਸਾਥੀ ਹੈ ਕੰਮ ਨਾ ਕਰਨ ਲਈ ਮਜਬੂਰ ਹੋਣਗੇ ਤੇ ਜਦੋਂ ਗੱਡੀਆਂ ਡਿਪਾਰਟਮੈਂਟ ਮੁਹੱਈਆ ਕਰਾਈਆਂ ਜਾਂਦੀਆਂ ਨੇ ਤੇ ਉਹਨਾਂ ਰਾਹੀਂ ਰਾਤ ਦੀ ਜਿਹੜੀ ਪੈਟਰੋਲਿੰਗ ਹੈ ਉਹ ਯਕੀਨੀ ਬਣਾਈ ਜਾਵੇ ਤਾਂ ਜੋ ਇਹ ਘਟਨਾਵਾਂ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਤੇ ਉਹਨੂੰ ਨੱਥ ਪਾਈ ਜਾ ਸਕੇ ਔਰ ਜਿਹੜੇ ਦੋਸ਼ੀਆਂ ਨੇ ਇਹਨਾਂ ਦੇ ਉੱਤੇ ਇਹ ਬਾਹਰ ਕੀਤੇ ਨੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦਵਾਈ ਜਾਵੇ। ਧੰਨਵਾਦ। ਸਾਡੇ ਨਾਲ ਉਹ ਵੀ ਵੀਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਹ ਅਣਸਖਾਵੀ ਘਟਨਾ ਹੋਈ ਆ, ਮੌਕੇ ਦੇ ਉੱਤੇ ਕਿੱਦਾਂ ਦੇ ਹਾਲਾਤ ਰਹੇ ਹੋਣਗੇ ਉਹਨਾਂ ਦੇ ਮੂੰਹੋਂ ਸੁਣਦੇ ਆ। ਬਾਈ ਜੀ ਤੁਹਾਡੇ ਨਾਲ ਸੀਨ ਕ੍ਰੀਏਟ ਹੁੰਦਾ ਰਾਤ ਨੂੰ, ਅੱਧੀ ਰਾਤ ਨੂੰ ਬੰਦੇ ਤੁਹਾਨੂੰ ਘੇਰਦੇ ਆ, ਕਿੰਨੇ ਬੰਦੇ ਦੀ ਟੀਮ ਸੀਗੀ, ਕਿੱਦਾਂ ਦਾ ਸਮਾਂ ਸੀ ਉਹ ਦਿਲ ਦੇ ਵਿੱਚ, ਕਿੱਦਾਂ ਦਾ ਡਰ ਖੌਫ ਦੀ ਗੱਲ ਕਰਾਂ, ਕਿੱਦਾਂ ਦੇ ਹਥਿਆਰ ਸੀ ਬੰਦੇ ਕੋਲ? ਜਦੋਂ ਮੈਂ ਮਿਹਰਬਾਨ ਤੋਂ ਛੁੱਟੀ ਕਰਕੇ ਜਾ ਰਿਹਾ ਸੀ ਤੇ ਮੈਂ ਪਿੰਡ ਭਾਮੀਆਂ ਤੋਂ ਜਦੋਂ ਸੁੰਦਰ ਨਗਰ ਚੌਂਕ ਵੱਲ ਨੂੰ ਜਾ ਰਹੇ ਸੀ, ਮੈਂ ਜਾ ਰਿਹਾ ਸੀ, ਇਕੱਲਾ ਸੀ ਮੈਂ, ਮੇਰੀ ਸਕੂਟਰੀ ਇਲੈਕਟ੍ਰਿਕ ਵਹੀਕਲ ਮੇਰੇ ਕੋਲ ਸਕੂਟਰੀ ਸੀਗੀ ਤੇ ਮੈਂ ਜਾਂਦੇ ਹੋਏ ਜਦੋਂ ਭੈਣੀ ਕਲੋਨੀ ਦੇ ਕੋਲ ਪਹੁੰਚਿਆ ਤਾਂ ਅਚਾਨਕ ਪਿੱਛੋਂ 3 ਬੰਦੇ ਆ ਕੇ, ਜਿਹੜੇ 3 ਬੰਦੇ ਮੋਟਰਸਾਈਕਲ ਤੇ ਸਵਾਰ ਸੀ, ਉਹ ਮੇਰੇ ਕੋਲ ਆ ਕੇ ਮੇਰੇ ਸਕੂਟਰੀ ਦੇ ਅੱਗੇ ਮੋਟਰਸਾਈਕਲ ਉਹਨਾਂ ਨੇ ਰੋਕ ਲਿਆ ਤੇ ਉਹਨਾਂ ਨੇ ਮੈਨੂੰ ਫੜਿਆ ਤੇ ਜਦੋਂ ਉਹਨਾਂ ਨੇ ਮੈਨੂੰ ਫੜਿਆ ਤਾਂ ਇੱਕ ਦੀ ਮੈਂ ਵੀ ਬਾਂਹ ਫੜ ਲਈ ਤੇ ਜਦੋਂ ਮੈਂ ਬਾਂਹ ਫੜੀ ਉਹ ਇੱਕ ਨੇ ਮੇਰੇ ਦਾਤ ਨਾਲ ਹਮਲਾ ਕੀਤਾ।
ਉਹ ਤਾਂ ਸ਼ੁਕਰ ਹੈ ਕਿ ਦਾਤ ਉਹਨਾਂ ਦਾ ਨੰਗਾ ਨਹੀਂ ਸੀ, ਉਹਨਾਂ ਨੇ ਕੱਪੜੇ ਨਾਲ ਰੈਪ ਕੀਤਾ ਹੋਇਆ ਸੀ, ਲਪੇਟਿਆ ਹੋਇਆ ਸੀ, ਤੇ ਜਿਹਦੇ ਕਰਕੇ ਮੇਰੇ ਜ਼ਿਆਦਾ ਕੋਈ ਗਹਿਰੀ ਸੱਟ ਜਾਂ ਕੋਈ ਜ਼ਿਆਦਾ ਮਤਲਬ ਮੇਰਾ ਨੁਕਸਾਨ ਨਹੀਂ ਹੋਇਆ। ਤੇ ਇਸੇ ਮੌਕੇ ਨੂੰ ਦੇਖ ਕੇ ਉਹਦਾ ਇੱਕ ਹੋਰ ਸਾਥੀ ਜੋ ਕਿ ਦੂਸਰੇ ਪਾਸੇ ਮੇਰੇ ਸਾਹਮਣੇ ਖੜਾ ਸੀ, ਤਾਂ ਉਹਨੇ ਮੇਰੇ ਪਰਸ ਚੋਂ ਸਮਾਨ ਵਗੈਰਾ, ਮੇਰਾ ਪਰਸ ਕੱਢ ਲਿਆ ਤੇ ਮੇਰੀ ਐਕਟਿਵ ਮੇਰੇ ਪਿੱਠੂ ਸੀਗਾ ਜਿਹਦੇ ਵਿੱਚ ਮੇਰੀ ਇਲੈਕਟ੍ਰਿਕ ਸਕੂਟਰੀ ਦਾ ਚਾਰਜਰ, ਮੇਰਾ ਟਿਫਿਨ ਤੇ ਮੇਰਾ ਰੇਨਕੋਟ ਸੀ ਤੇ ਮੇਰਾ ਪਰਸ ਵਗੈਰਾ ਉਹਨਾਂ ਨੇ ਕੱਢ ਲਿਆ, ਜਿਹਦੇ ਵਿੱਚ 8000 ਦੇ ਲਗਭਗ ਮੇਰੀ ਨਕਦੀ ਸੀਗੀ ਤੇ ਬਾਕੀ ਹੋਰ ਡਾਕੂਮੈਂਟ ਸੀਗੇ ਜਿਹੜੇ ਕੁਝ ਡਾਕੂਮੈਂਟ ਮੇਰੇ ਪਰਸ 'ਚ ਸੀ ਤੇ ਕੁਝ ਡਾਕੂਮੈਂਟ ਮੇਰੀ ਕਿੱਟ ਦੇ ਵਿੱਚ ਸੀਗੇ ਜੋ ਮੈਂ ਪਿੱਛੇ ਪਾਈ ਹੋਈ ਸੀ। ਤੁਸੀਂ ਹੱਥੋਂ ਪਾਈ ਦੀ ਗੱਲ ਕਰਦੇ ਹੋ, ਤੁਸੀਂ ਇਕੱਲੇ ਸੀਗੇ, 3 ਬੰਦੇ ਦੇ ਨਾਲ ਘੁਲਣ ਲੱਗ ਪਏ, ਜਿਗਰਾ ਦਲੇਰੀ ਕਿੱਦਾਂ ਆਈ? ਤੁਹਾਨੂੰ ਲੱਗਿਆ ਨਹੀਂ ਹੈਗਾ ਵੀ ਜੇ ਬਾਂਹ ਤੇ ਸੱਟ ਮਾਰ ਸਕਦੇ ਆ, ਕਿਤੇ ਨਾ ਕਿਤੇ ਗਰਦਨ ਤੇ ਜਾਂ ਸਿਰ ਤੇ ਵੀ ਦਾਤ ਮਾਰ ਸਕਦੇ? ਜਦੋਂ ਉਹਨਾਂ ਨੇ ਮੈਨੂੰ ਇੱਕਦਮ ਰੋਕਿਆ ਤਾਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇੱਕ ਦੀ ਮੈਂ ਬਾਂਹ ਵੀ ਫੜ ਲਈ, ਪਰ ਜਦੋਂ ਉਹਨਾਂ ਨੇ ਮੇਰੇ ਬਾਂਹ ਤੇ ਜਦੋਂ ਇੱਕਦਮ ਵਾਰ ਕਰ ਦਿੱਤਾ ਤਾਂ ਮੇਰੇ ਦਰਦ ਹੋਈ, ਤਾਂ ਮੈਂ ਦੂਸਰੀ ਬਾਂਹ ਨਾਲ ਦੇਖਣ ਲੱਗ ਗਿਆ, ਟਟੋਲਣ ਲੱਗ ਗਿਆ, ਬਾਂਹ ਤੇ ਦਰਦ ਹੋਈ ਹੈ। ਤਾਂ ਉਹ ਇਹੀ ਮੌਕਾ ਦੇਖ ਕੇ ਉਹਨਾਂ ਨੇ ਮੇਰੇ ਨਾਲ ਖੋਹਬਾਜੀ ਕਰਨ ਲੱਗ ਗਏ, ਮੇਰੇ ਨਾਲ ਕੁੱਟਮਾਰ ਕਰਨ ਲੱਗ ਗਏ, ਜਿਸ ਕਰਕੇ ਮੈਂ ਮੌਕਾ ਦੇਖ ਕੇ ਉੱਥੋਂ ਭੱਜਿਆ ਵੀ ਰੋਲਾ ਪਾਇਆ। ਰੋਲਾ ਪਾਉਣ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਲੜਕਾ ਰੋਲਾ ਪਾਉਣ ਲੱਗ ਗਿਆ ਕਿ ਬਚਾਓ ਦਾ ਰੋਲਾ ਪਾਇਆ ਮੈਂ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਦੇਖ ਕੇ ਕਿ ਕੋਈ ਹੋਰ ਲੋਕ ਸਾਡੇ ਕੋਲ ਨਾ ਆ ਜਾਣ ਤੇ ਉਹ ਭੱਜ ਗਏ। ਹਾਂਜੀ। ਅੱਛਾ, ਪਰ ਕਿਤੇ ਨਾ ਕਿਤੇ ਉੱਥੇ ਜਿੱਦੇ ਤੁਸੀਂ ਮੌਕੇ ਤੇ ਕਹਿੰਦੇ ਘਟਨਾ ਹੋਈ, ਉੱਥੇ ਕੈਮਰੇ ਵਗੈਰਾ ਲੱਗੇ ਹੋਏ ਸੀਗੇ? ਕੋਈ ਬੰਦੇ ਲੋਕ ਮੌਕੇ ਦੇ ਉੱਤੇ ਪਹੁੰਚੇ, ਕੋਈ ਤੁਸੀਂ ਸੀਸੀਟੀਵੀ ਵਗੈਰਾ ਬਰਾਮਦ ਕੀਤੀ ਉੱਥੋਂ? ਜਦੋਂ ਮੇਰੇ ਨਾਲ ਇਹ ਲੁੱਟਪਾਟ ਹੋਈ ਆ, ਜਦੋਂ ਮੇਰੇ ਨਾਲ ਖੋਹਬਾਜੀ ਹੋਈ ਆ, ਤਾਂ ਉਹਨਾਂ ਦੇ ਵਿੱਚੋਂ ਇੱਕ ਲੜਕਾ ਜੋ ਸੀਗਾ ਉਹ ਮੋਟਰਸਾਈਕਲ ਤੇ ਸਵਾਰ ਹੀ ਸੀ, ਉਹਨਾਂ ਨੇ ਉਸਦਾ ਮੂੰਹ, ਮੋਟਰਸਾਈਕਲ ਦਾ ਮੂੰਹ ਭਾਮੀਆਂ ਵਾਲੇ ਪਾਸੇ ਹੀ ਕੀਤਾ ਹੋਇਆ ਸੀ। ਨੰਬਰ ਪਲੇਟ ਲੱਗੀ ਸੀ ਮੋਟਰਸਾਈਕਲ ਤੇ? ਕੋਈ ਮੂੰਹ ਮਾ ਕੱਜੇ ਸੀ ਉਹਨਾਂ ਨੇ ਕਿ ਮੂੰਹ ਖੁੱਲੇ ਸੀ? ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ, ਲੇਕਿਨ ਇੱਕ ਦਾ ਮੂੰਹ ਦੇ ਵਿੱਚੋਂ ਰੁਮਾਲ ਨਿਕਲ ਗਿਆ ਸੀ, ਜਿਹਨੂੰ ਮੈਂ ਪਛਾਣ ਵੀ ਲਵਾਂਗਾ ਅਗਰ ਸਾਹਮਣੇ ਆਏਗਾ ਤਾਂ ਜਦੋਂ ਉਹਨਾਂ ਨੇ ਮੋਟਰਸਾਈਕਲ ਦਾ ਮੂੰਹ ਇੱਧਰ ਨੂੰ ਕੀਤਾ ਹੋਇਆ ਸੀ ਤੇ ਜਦੋਂ ਉਹ ਭੱਜੇ ਤਾਂ ਮਤਲਬ ਉਹ ਭਾਮੀਆਂ ਵਾਲੇ ਪਾਸੇ ਭੱਜੇ, ਤਾਂ ਜਿਹਦੇ ਕਰਕੇ ਭਾਮੀਆਂ ਪਿੰਡ ਦੇ ਵਿੱਚ ਵੀ ਕੈਮਰੇ ਕਈ ਲੱਗੇ ਨੇ। ਉਸ ਥਾਂ ਤੇ ਇੱਕ ਸ਼ਾਪ ਹੈਗੀ ਆ, ਫਰਨੀਚਰ ਸ਼ਾਪ ਹੈਗੀ ਆ, ਉੱਥੇ ਵੀ ਕੈਮਰੇ ਲੱਗੇ ਹੋਏ ਸੀ, ਪਰ ਸ਼ਾਇਦ ਮੇਰੀ ਕਿਸਮਤ ਖਰਾਬ ਸੀ ਕਿ ਜਦੋਂ ਉਹਨਾਂ ਨੇ ਕਾਰਵਾਈ ਪਾਈ ਆ ਜਾਂ ਖੋਜਬੀਨ ਕੀਤੀ ਆ ਤਾਂ ਉਸ ਥਾਂ ਤੇ ਉਸ ਫਰਨੀਚਰ ਸ਼ਾਪ ਦੇ ਵਿੱਚ ਕਹਿੰਦੇ ਕੈਮਰੇ ਬੰਦ ਸੀ, ਪਰ ਭਾਮੀਆਂ ਪਿੰਡ ਦੇ ਵਿੱਚ ਵੀ ਕਈ ਕੈਮਰੇ ਲੱਗੇ ਹੋਏ ਆ। ਜੇ ਪੁਲਿਸ ਕੋਸ਼ਿਸ਼ ਕਰੇ ਤਾਂ ਉਹਨਾਂ ਚੋਰਾਂ ਨੂੰ ਫੜਿਆ ਜਾ ਸਕਦਾ, ਟ੍ਰੇਸ ਕੀਤਾ ਜਾ ਸਕਦਾ। ਹੁਣ ਪੁਲਿਸ ਦਾ ਕੀ ਰੋਲ ਦੇਖਦੇ ਹੋ ਤੁਸੀਂ? ਤੁਹਾਡੇ ਨਾਲ ਵਾਰਦਾਤ ਹੋ ਗਈ ਲੁਧਿਆਣੇ ਸ਼ਹਿਰ ਦੇ ਵਿੱਚ, ਡੇਲੀ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ, ਡੇਲੀ ਲੋਕਾਂ ਨਾਲ ਸਨੈਚਿੰਗ ਹੁੰਦੀ, ਵਾਰਦਾਤ ਆਉਂਦੀਆਂ, ਤੁਸੀਂ ਤਾਂ ਜੈਂਟਸ ਸੀਗੇ, ਜਨਾਨੀਆਂ ਔਰਤਾਂ ਦੇ ਕੰਨਾਂ ਦੀ ਵਾਲੀਆਂ ਲਾ ਲਿੱਤੀਆਂ ਜਾਂਦੀਆਂ, ਮੋਬਾਈਲ ਖੋਹ ਲਿੱਤੇ ਜਾਂਦੇ, ਘਸੀਟ ਕੇ ਨਾਲ ਲੈ ਜਾਂਦੇ ਆ, ਕਿੱਦਾਂ ਦੇਖਦੇ ਹੋ ਪ੍ਰਸ਼ਾਸਨ ਕਿੱਦਾਂ ਇਹਨਾਂ ਨੂੰ ਕਾਬੂ ਕਰੂ, ਕਿੱਦਾਂ ਨੱਥ ਪਾਊਗਾ? ਮੈਂ ਤਾਂ ਇਹ ਚਾਹੁੰਦਾ ਕਿ ਵੱਧ ਤੋਂ ਵੱਧ ਜੇ ਪੁਲਿਸ ਪ੍ਰਸ਼ਾਸਨ ਚਾਹਵੇ ਆਪਣੀ ਪੈਟਰੋਲਿੰਗਸ ਵਧਾਵੇ, ਆਪਣੇ ਜਿਹੜੇ PCRs ਨੇ ਉਹਨਾਂ ਨੂੰ ਸੁਚੇਤ ਕਰੇ, ਉਹਨਾਂ ਨੂੰ ਐਕਟਿਵ ਕਰੇ, ਤਾਂ ਕਿ ਇਹ ਘਟਨਾਵਾਂ ਜਿਹੜੀਆਂ ਨੇ, ਚਲੋ ਮੈਂ ਤਾਂ ਫਿਰ ਵੀ ਇੱਕ ਲੜਕਾ ਆ ਜਾਂ ਕੋਈ ਔਰਤ ਹੋਵੇ ਜਾਂ ਕੋਈ ਜਨਾਨੀ ਹੋਵੇ, ਜਿਹੜੀ ਕੋਈ ਬੱਚਾ ਵੀ ਹੋ ਸਕਦਾ ਹੈ ਜਿਹੜਾ ਕਿ ਰਾਤ ਬਰਾਤ ਨੂੰ ਕੋਈ ਨਾ ਕੋਈ ਘਰੋਂ ਸਮਾਨ ਲੈਣ ਜਾਂਦਾ ਹੈ ਜਾਂ ਕੁਝ ਹੋਰ ਕੰਮ ਲਈ ਜਾਂਦਾ ਆ, ਤਾਂ ਉਹਦੇ ਨਾਲ ਵੀ ਇਹ ਖੋਹਬਾਜੀ ਜਾਂ ਲੁੱਟਪਾਟ ਹੋ ਸਕਦੀ ਆ, ਜਿਹਦੇ ਨਾਲ ਮਤਲਬ ਇਹ ਘਟਨਾਵਾਂ ਬਹੁਤ ਜ਼ਿਆਦਾ ਦੁਖਦਾਈ ਹੁੰਦੀਆਂ ਨੇ। ਤੇ ਇਸ ਕਰਕੇ ਮੈਂ ਚਾਹੁੰਦਾ ਪੁਲਿਸ ਪ੍ਰਸ਼ਾਸਨ ਸਖਤ ਤੋਂ ਸਖਤ ਇਹਨਾਂ ਲੁਟੇਰਿਆਂ ਤੇ ਕਾਬੂ ਪਾਵੇ, ਇਹਨਾਂ ਲੁਟੇਰਿਆਂ ਨੂੰ ਫੜੇ, ਤਾਂ ਜੋ ਇਹ ਕਾਰਵਾਈ ਕਰਕੇ ਉਹਨਾਂ ਨੂੰ ਛੇਤੀ ਹੀ ਫੜਿਆ ਜਾ ਸਕਣ। ਗੁਰਪ੍ਰੀਤ ਸਿੰਘ ਮਹਿਦੂਦਾਂ ਜੀ ਵੀ ਸਾਡੇ ਨਾਲ ਉਚੇਚੇ ਤੌਰ ਤੇ ਮੌਜੂਦ ਨੇ, ਮੁਲਾਜ਼ਮ ਆਗੂ ਨੇ, ਬੜਾ ਲੰਬਾ ਤਜਰਬਾ ਰਿਹਾ, ਚਾਹੇ ਪ੍ਰਸ਼ਾਸਨ ਦੀ ਗੱਲ ਕਰਾਂ, ਹਰ ਪੱਖੋਂ ਰਾਜਨੀਤੀ ਦੀ ਗੱਲ ਕਰਾਂ, ਚੰਗੀਆਂ ਸੂਝਵਾਨ ਗੱਲਾਂ ਕਰਦੇ ਨੇ, ਸਾਰੇ ਪਾਸੋਂ ਜਾਣੂ ਆ। ਮਹਿਦੂਦਾਂ ਜੀ ਲਗਾਤਾਰ ਤਲੀ ਤੇ ਜਾਣ ਰੱਖ ਕੇ ਮੁਲਾਜ਼ਮ ਰਾਤ ਨੂੰ ਕੰਮ ਕਰਦੇ ਆ, ਕਿਤੇ ਫੀਡਰਾਂ ਦਵਾਉਂਦੇ ਆ, ਕਦੇ ਬਿਜਲੀ ਦਰੁਸਤ ਕਰਦੇ ਆ। ਜਾਨ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਪ੍ਰਸ਼ਾਸਨ ਦੀ ਬਣਦੀ। ਅਗਰ ਇਕੱਲਾ ਬੰਦਾ ਆ ਰਿਹਾ ਵਾ, 4 ਬੰਦੇ ਆ ਰਹੇ ਤਾਂ 4 ਵੀ ਨਹੀਂ ਦੇਖਦੇ ਹੈਗੇ, ਕਿਤੇ ਨਾ ਕਿਤੇ ਹਮਲਾ ਕਰ ਦਿੰਦੇ ਆ। ਜਿਹੜਾ ਲੁੱਟਣ ਦੀ ਨੀਤ ਨਾਲ ਆਉਂਦਾ, ਦਾਤ ਉਹਨਾਂ ਦੇ ਕੋਲ ਹੁੰਦੇ ਆ, ਪਰਵਾਹ ਨਹੀਂ ਕਰਦੇ। ਪਰ ਵੀਰ ਦੀ ਕਿਸਮਤ ਚੰਗੀ ਸੀਗੀ ਕਿ ਬਚਾਅ ਹੋ ਗਿਆ, ਪਰਮਾਤਮਾ ਨੇ ਜਾਨ ਬਖਸ਼ੀ। ਦੇਖੋ, ਸਭ ਤੋਂ ਵੱਡੀ ਗੱਲ ਆ, ਜਿਵੇਂ ਤੁਸੀਂ ਜਾਨ ਮਾਲ ਦੀ ਗੱਲ ਕੀਤੀ ਆ, ਕਿ ਦੇਸ਼ ਦੀਆਂ ਸਰਹੱਦਾਂ ਤੇ ਜਿਹੜੇ ਸਾਡੇ ਫੌਜੀ ਵੀਰ ਨੇ, ਸਲੂਟ ਆ ਉਹਨਾਂ ਨੂੰ ਵੀ। ਤੇ ਪਰ ਜੇ ਦੇਖਿਆ ਜਾਵੇ ਤਾਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਜਿਹੜੀ ਡਿਊਟੀ ਆ ਨਾ, ਉਹ ਦੇਸ਼ ਦੇ ਸਰਹੱਦਾਂ ਤੇ ਸਾਡੀ ਰੱਖਿਆ ਕਰ ਰਹੇ ਫੌਜੀ ਜਵਾਨਾਂ ਤੋਂ ਵੀ ਵੱਧ ਕੇ ਆ, ਕਿਉਂਕਿ ਮੌਤ ਆ ਜਿਹੜੀ ਸਾਡੇ 2 ਜਾਂ 3 ਇੰਚ ਤੇ ਹੁੰਦੀ ਆ। 11000 ਵੋਲਟ ਸਪਲਾਈ ਜਿਹੜੀ ਆ, ਉਹਦੇ ਕੰਮ ਕਰਦੇ ਹੋਏ ਕਈ ਵਾਰੀ 2 ਜਾਂ 3 ਇੰਚ ਦਾ ਫਾਸਲਾ ਹੁੰਦਾ। ਜੇ ਮਾੜਾ ਮੋਟਾ ਵੀ ਇੱਧਰ ਉੱਧਰ ਹੋ ਜਾਂਦਾ ਤੇ ਬੰਦਾ ਫਿਰ ਰਹਿੰਦਾ ਨਹੀਂ, ਤੇ ਉੱਥੋਂ ਹੀ ਫੂਕਿਆ ਹੋਇਆ ਹੀ ਥੱਲੇ ਉਤਰਦਾ, ਜਾਂ ਜਿੱਥੇ ਵੀ ਉਹਦੇ ਲੱਗਦਾ ਕਰੰਟ। ਤੇ ਸਭ ਤੋਂ ਜ਼ਿਆਦਾ ਜਿਹੜੇ ਬਿਜਲੀ ਦੇ ਨਾਲ ਹੀ ਜਿਹੜੇ ਮਰਨ ਦੇ ਮੁੱਦੇ ਆਉਂਦੇ ਨੇ, ਤੇ ਕਰੰਟ ਲੱਗ ਕੇ ਬਹੁਤ ਜ਼ਿਆਦਾ ਜਿਹੜੇ ਸਾਥੀ ਜਿਹੜਿਆਂ ਨੂੰ ਕਦੇ ਵੀ ਸ਼ਹੀਦ ਨਹੀਂ ਗਿਣਿਆ ਜਾਂਦਾ। ਤੇ ਮੈਂ ਤਾਂ ਕਹਿਣਾ ਵੀ ਇਹ ਵਿਅਕਤੀ ਜਿਹੜੇ ਮੁਲਾਜ਼ਮ ਸਾਡੇ ਸਾਥੀ ਨੇ, ਸਾਡੇ ਵੀਰ ਨੇ, ਚਾਹੇ ਉਹ ਕੱਚੇ ਨੇ ਚਾਹੇ ਪੱਕੇ ਨੇ, ਉਹ ਸ਼ਹੀਦ ਹੀ ਹੁੰਦੇ ਨੇ, ਇਹਨਾਂ ਦਾ ਵੀ ਸਤਿਕਾਰ ਕੀਤਾ ਜਾਣਾ ਚਾਹੀਦਾ। ਔਰ ਦੂਜੀ ਗੱਲ ਆ
ਵੀ ਸਾਡਾ ਸਤਿਕਾਰ ਬਹਾਲ ਇੰਨਾ ਕੁ ਹੀ ਕਰ ਦੇਣ ਜੋ ਪ੍ਰਸ਼ਾਸਨ ਆ ਜਾਂ ਸਰਕਾਰਾਂ ਨੇ, ਵੀ ਜਦੋਂ ਅਸੀਂ ਕੰਮ ਕਰਦੇ ਹਾਂ ਦੇਰ ਰਾਤੇ ਕੰਮ ਕਰਦੇ ਹਾਂ ਤਾਂ ਜਿਹੜੀ ਸਾਨੂੰ ਘੱਟੋ ਘੱਟ ਇੰਨੀ ਕੁ ਸੁਰੱਖਿਆ, ਸਾਡਾ ਇੰਨਾ ਕੁ ਰੁਤਬਾ ਕਾਇਮ ਕਰ ਦਿੱਤਾ ਜਾਵੇ ਵੀ ਜਿਹੜੇ ਲੁਟੇਰੇ ਨੇ, ਕਿਉਂਕਿ ਲੁਟੇਰੇ ਇਹ ਤਾਂ ਹੈ ਨਹੀਂ ਵੀ ਕਿਸੇ ਨੂੰ ਪੁੱਛ ਕੇ ਲੁੱਟਦੇ ਨੇ, ਕਮ ਸੇ ਕਮ ਉਹਨਾਂ ਨੂੰ ਇਹ ਹੋਵੇ ਕਿ ਬਿਜਲੀ ਵਾਲੇ ਨੇ ਇਹਨਾਂ ਨੂੰ ਨਾ ਲੁੱਟਿਆ ਜਾਵੇ। ਤੇ ਐਦਾਂ ਕਿ ਜਿਵੇਂ ਹੁਣ ਇਸ ਮਾਮਲੇ ਦੇ ਵਿੱਚ ਹੀ ਲਾ ਲਓ, ਪਹਿਲਾਂ ਦੀਪਕ ਕੁਮਾਰ ਜੀ ਖੜੇ ਨੇ, ਇਹਨਾਂ ਨਾਲ ਘਟਨਾ ਹੋਈ, ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਹਿਰਦੇ ਰਾਮ ਜੀ ਨਾਲ ਪਰਸੋਂ ਘਟਨਾ ਹੋਈ, ਪਰਸੋਂ ਦਾ ਦਿਨ, ਫਿਰ ਕੱਲ ਦਾ ਦਿਨ, ਫਿਰ ਅੱਜ ਦਾ ਦਿਨ, ਸਾਰਾ ਨਿਕਲ ਗਿਆ। ਜਿਵੇਂ ਸਤੀਸ਼ ਜੀ ਨੇ ਦੱਸਿਆ, ਉਹਨਾਂ ਨੇ ਕਿਤੇ ਕਹਿ ਦਿੱਤਾ ਵੀ FIR ਦਰਜ ਨਹੀਂ ਹੋਈ ਹੈ, ਉਹਨਾਂ ਨੇ ਦਰਖਾਸਤ ਦਰਜ ਲਈ ਕਰਾਈ ਆ, ਤੇ ਦਰਖਾਸਤ ਦਰਜ ਨੂੰ ਇੰਨੇ ਦਿਨ ਹਾਲੇ ਤੱਕ FIR ਨਾ ਹੋਵੇ। ਇਹਨਾਂ ਦੇ ਮਾਮਲੇ 'ਚ FIR ਹੋ ਗਈ, ਅਜੇ ਤੱਕ ਕੋਈ ਕਾਰਵਾਈ ਨਹੀਂ। ਜੇ ਇਹੀ ਵਿਅਕਤੀ ਸਾਡਾ ਜੇ ਭਲਾ ਚਾਹੁੰਦੇ ਨੇ ਬਿਜਲੀ ਮੁਲਾਜ਼ਮਾਂ ਦਾ ਸਾਰੇ, ਤਾਂ ਜਿਵੇਂ ਕਿ ਦੀਪਕ ਦਾ ਮਾਮਲਾ ਸੀਗਾ, ਚਾਹੇ ਹਿਰਦੇ ਰਾਮ ਦਾ ਮਾਮਲਾ, ਇਹਨਾਂ ਚੋਰਾਂ ਲੁਟੇਰਿਆਂ ਦੇ ਵਿੱਚ ਦਹਿਸ਼ਤ ਪਾਉਣ ਦੇ ਲਈ ਉਹ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲੈਣ। ਕਿਉਂਕਿ ਜਦੋਂ ਜਿਵੇਂ ਇਹਨਾਂ ਦੇ ਮਾਮਲੇ ਦੇ ਵਿੱਚ ਜਾਂ ਹਿਰਦੇ ਰਾਮ ਦੇ ਵਿੱਚ ਜਦੋਂ ਇਹ ਜਿਹੇ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਹੋਵੇਗਾ, ਤਾਂ ਕਮ ਸੇ ਕਮ ਲੁਟੇਰਿਆਂ ਦੇ ਵਿੱਚ, ਚੋਰ ਚੱਕਿਆਂ ਦੇ ਵਿੱਚ ਇਹ ਮੈਸੇਜ ਜ਼ਰੂਰ ਜਾਏਗਾ ਕਿ ਜੇਕਰ ਬਿਜਲੀ ਵਾਲਿਆਂ ਨਾਲ ਪੰਗਾ ਲਵਾਂਗੇ ਤਾਂ ਅਸੀਂ ਜਲਦ ਜੇਲ੍ਹਾਂ ਦੇ ਵਿੱਚ ਜਾਵਾਂਗੇ। ਇੰਨਾ ਕਿ ਸਾਡੇ ਲਈ ਕਰ ਦੇਣ। ਮੈਂ ਉੱਥੇ ਹੀ ਆ ਰਿਹਾ ਸੀਗਾ ਕਿ ਤੁਸੀਂ ਬਿਜਲੀ ਮੁਲਾਜ਼ਮਾਂ ਦੀ ਗੱਲ ਕਰਦੇ ਹੋ, ਤੁਹਾਡੀ ਤਾਂ ਜਥੇਬੰਦੀ ਆ, ਤੁਹਾਡੇ ਨਾਲ ਤਾਂ ਵੀਰ ਹੈਗੇ ਨੇ, ਤੁਸੀਂ ਤਾਂ ਰਲ ਕੇ, ਜਿੱਦਾਂ ਸਰ ਨੇ ਪਹਿਲਾਂ ਕਿਹਾ ਕਿ ਅਸੀਂ ਲਾਈਟ ਵੀ ਕੱਟ ਸਕਦੇ ਹਾਂ, ਅਸੀਂ ਧਰਨੇ ਵੀ ਲਾ ਸਕਦੇ ਹਾਂ। ਜਿਹੜੇ ਆਮ ਲੋਕ ਸੜਕਾਂ 'ਤੇ ਜਾਂਦੇ ਉਹਨਾਂ ਦਾ ਕੀ ਕਸੂਰ ਹੁੰਦਾ? ਆਪਣੇ ਪਰਿਵਾਰ ਖਾਤਰ ਕੋਈ ਦੁੱਧ ਲੈਣ ਜਾਂਦਾ, ਕੋਈ ਸਬਜ਼ੀ ਲੈਣ ਜਾਂਦਾ, ਕੋਈ ਵਾਰ-ਵਾਰ ਨਿਕਲਦਾ, ਉਹ ਲੋਕਾਂ ਦੀ ਕਿੱਦਾਂ ਅਪਰੋਚ ਹੋਏਗੀ? ਅਗਰ ਮੁਲਾਜ਼ਮਾਂ ਦੀ, ਪੁਲਿਸ ਮੁਲਾਜ਼ਮ, ਬਿਜਲੀ ਬੋਰਡ ਵਾਲਿਆਂ ਦੀ, ਸਰਕਾਰੀ ਕਰਮਚਾਰੀਆਂ ਦੀ ਮੰਗ ਨਹੀਂ ਸੁਣੀ ਜਾਂਦੀ, ਆਮ ਬੰਦੇ ਦੀ ਸੁਣਵਾਈ ਕਿੱਦਾਂ ਹੋਵੇ? ਦੇਖੋ, ਐਜ ਇੱਕ ਜਰਨਲਿਸਟ ਦਾ ਲੰਮਾ ਸਮਾਂ ਤਜਰਬਾ, ਤੇ ਹੁਣ ਜੋ ਬਿਜਲੀ ਮੁਲਾਜ਼ਮ ਦਾ ਵੀ ਇੱਕ ਤਜਰਬਾ, ਉਹਨਾਂ ਨੂੰ ਮਿਲਾ ਕੇ ਮੈਂ ਗੱਲ ਕਰਾਂ, ਤੇ ਜਿਹੜੇ ਆਮ ਲੋਕ ਤਾਂ ਤੁਹਾਨੂੰ ਪਤਾ ਵੀ ਉਹਨਾਂ ਤਾਂ FIR ਤਾਂ ਸਾਡੇ ਵਾਲੀ ਤਾਂ, ਜਿਵੇਂ ਦੀਪਕ ਦੀ FIR, ਹਿਰਦੇ ਰਾਮ ਦੀ ਅੱਜ ਪ੍ਰੈਸ਼ਰ ਪਾਇਆ ਹੋਇਆ, ਅੱਜ ਹੋ ਜਾਏਗੀ, ਤੇ ਕਾਰਵਾਈ ਦਾ ਮਾਮਲਾ ਭਾਵੇਂ ਬਾਅਦ 'ਚ ਆ। ਇੱਥੇ ਤਾਂ ਕਈ ਮਹੀਨੇ ਲੋਕਾਂ ਨੂੰ ਆਪਣੀ FIR ਦਰਜ ਕਰਾਉਣ ਦੇ ਲਈ ਭੱਜਣਾ ਪੈਂਦਾ। ਇੱਥੇ ਚਾਹੇ ਦੇਖੋ, ਅਸੀਂ ਵੀ ਮੁਲਾਜ਼ਮਾਂ ਸਰਕਾਰੀ, ਅਸੀਂ ਵੀ ਲੋਕਾਂ ਦੀ ਲਾਈਟ ਨੂੰ ਠੀਕ ਕਰਕੇ ਆਪਣੀ ਸੰਤੁਸ਼ਟੀ ਮਾਨਸਿਕ ਪਾਉਂਦੇ ਆ ਵੀ ਇਹੀ ਸਾਡੇ ਲਈ ਸੇਵਾ। ਇਸ ਕਰਕੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਅਫਸਰਸ਼ਾਹੀ ਆ, ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਇੱਕ ਡਿਊਟੀ ਜਿਹੜੀ ਦਿੱਤੀ ਗਈ ਆ, ਉਹਨੂੰ ਉਹ ਵਧੀਆ ਢੰਗ ਨਾਲ ਨਿਭਾਉਣਾ। ਇੱਕ ਤੁਹਾਨੂੰ ਹੋਰ ਦੱਸਦਾ ਕਿ ਜੋ ਸਿਵਲ ਹਸਪੀਟਲ ਦਾ ਰਵੱਈਆ, ਉਹ ਦੇਖ ਲਓ ਕਿ ਹਿਰਦੇ ਰਾਮ ਦੀ ਇਸ ਹਮਲੇ ਦੇ ਵਿੱਚ ਉਹਨਾਂ ਦੀ ਬਾਂਹ ਜਿਹੜੀ ਆ, ਉਹ ਇੱਥੋਂ ਜਦੋਂ ਦਾਅ ਲੱਗਿਆ ਤਾਂ ਉਹ ਇੱਥੋਂ ਵੱਢੀ ਗਈ, ਤੇ ਨਾਲ ਉਹਨਾਂ ਨੂੰ ਲੱਗਿਆ ਕਿ ਜਿਹੜੀ ਬਾਂਹ ਕੰਮ ਨਹੀਂ ਕਰ ਰਹੀ, ਵੀ ਕਿਤੇ ਟੁੱਟ ਰੱਟ ਨਾ ਗਈ ਹੋਵੇ। ਤੇ ਜਦੋਂ ਹਸਪੀਟਲ ਦੇ ਵਿੱਚ ਅਗਲੇ ਦਿਨ ਜਦੋਂ ਉਹਨਾਂ ਨੂੰ ਬੁਲਾਇਆ ਵੀ ਕੱਲ ਨੂੰ ਐਕਸਰਾ ਕਰਾ ਲਿਓ, ਕਿਉਂਕਿ ਤੜਕੇ ਸਵੇਰੇ ਦੀ ਘਟਨਾ ਸੀ, ਕੁਝ ਘੰਟਿਆਂ ਬਾਅਦ ਉਹਨਾਂ ਨੇ ਫਿਰ ਐਕਸਰੇ ਕਰਾਉਣ ਜਾਣਾ ਸੀ। ਜਦੋਂ ਐਕਸਰੇ ਕਰਾਉਣ ਗਏ, ਐਕਸਰਾ ਤਾਂ ਕਰ ਦਿੱਤਾ, ਪਰ ਉਹਦੀ ਨਾ ਤਾਂ ਰਿਪੋਰਟ ਦਿੱਤੀ ਵੀ ਇਹਨੂੰ ਹੋਇਆ ਕੀ ਆ, ਬਾਂਹ ਨੂੰ ਕੀ ਹੋਇਆ। ਸਿੱਧਾ ਜਦੋਂ ਹਿਰਦੇ ਰਾਮ ਨੇ ਪੁੱਛਿਆ ਤਾਂ ਉਹਨਾਂ ਨੂੰ ਕਹਿੰਦੇ ਅਸੀਂ ਪੁਲਿਸ ਨੂੰ ਰਿਪੋਰਟ ਭੇਜ ਦਿਆਂਗੇ ਇਹਦੀ। ਦੱਸੋ, ਟ੍ਰੀਟਮੈਂਟ ਪੁਲਿਸ ਨੇ ਕਰਨਾ। ਤੇ ਹਿਰਦੇ ਰਾਮ ਦੀ ਜਦੋਂ ਤਕਲੀਫ ਵਧੀ ਤਾਂ ਉਹ ਜਾ ਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੋਏ, ਤੇ ਉੱਥੇ ਜਾ ਕੇ ਐਕਸਰਾ ਕਰਾਇਆ। ਐਕਸਰੇ ਦੇ ਵਿੱਚ ਆਇਆ ਵੀ ਜਿਹੜੀ ਬਾਂਹ ਵੱਢੀ ਆ, ਦਾਤ ਨਾਲ ਵੱਢੀ ਗਈ ਆ, ਉਹ ਦਾਤ ਲੱਗਣ ਦੇ ਨਾਲ ਟੁੱਟ ਵੀ ਗਈ ਆ, ਔਰ ਉਹਦੇ ਰਾਤ ਕੱਲ ਉਹਦਾ ਆਪਰੇਸ਼ਨ ਹੋਇਆ, ਤੇ ਆਪਰੇਟ ਕਰਕੇ ਉਹਦੇ ਚ ਪਲੇਟ ਪਾਈ ਗਈ ਆ। ਤੇ ਜੇ ਸਿਵਲ ਹਸਪੀਟਲ ਦੀ ਇਸ ਨਲਾਇਕੀ ਦੇ ਸਹਾਰੇ ਕਿਤੇ ਹਿਰਦੇ ਰਾਮ ਰਹਿ ਜਾਂਦਾ, ਤੇ ਉਹਦੀ ਬਾਂਹ ਟੁੱਟੀ ਹੋਈ, ਇਨਫੈਕਸ਼ਨ ਵੱਜ ਜਾਣਾ ਸੀ, ਕਿਤੇ ਨਾ ਕਿਤੇ ਉਹਦਾ ਜ਼ਿਆਦਾ ਨੁਕਸਾਨ ਹੋ ਜਾਣਾ ਸੀ। ਮਤਲਬ ਇਹ ਤਾਂ ਸਾਡੇ ਜਿਹੜੇ ਸਰਕਾਰੀ ਮੁਲਾਜ਼ਮਾਂ ਦੇ, ਜਿਹੜੇ ਚਾਹੇ ਉਹ ਸਿਵਲ ਦਾ ਮਹਿਕਮਾ ਲਾ ਲਓ, ਸਿਵਲ ਹਸਪੀਟਲ ਦਾ, ਚਾਹੇ ਉਹ ਪੁਲਿਸ ਦਾ ਮਹਿਕਮਾ ਲਾ ਲਓ, ਇਹ ਤਾਂ ਕਾਰਗੁਜ਼ਾਰੀ ਆ। ਇੱਕ ਮੁਲਾਜ਼ਮ ਹੋਣ ਦਾ ਨਾਤੇ ਮੁਲਾਜ਼ਮ ਦੀ ਮਦਦ ਵੀ ਨਹੀਂ ਕਰ ਰਹੇ। ਅੱਛਾ, ਮੇਰਾ ਇੱਕ ਸਵਾਲ ਲੈ ਲਓ, ਤੁਸੀਂ ਕਹਿੰਦੇ ਕਿ ਥਾਣੇ ਦੇ ਬਿਲਕੁਲ ਆਪੋਜ਼ਿਟ ਸਾਈਡ ਦੇ ਉੱਤੇ ਵਾਰਦਾਤ ਹੁੰਦੀ ਆ, ਫਰਜ਼ ਕਰੋ ਇਹ ਕਿਤੇ ਪੁਲਿਸ ਦਾ ਮੁਲਾਜ਼ਮ ਹੁੰਦਾ, ਸਿਵਲ ਵਰਦੀ 'ਚ ਹੁੰਦਾ, ਆਗੂ ਹੁੰਦਾ, ਤਾਂ ਵੀ ਪੁਲਿਸ ਨਾਲ ਡਿਲੇ ਕਰਦੀ। ਦੇਖੋ, ਸਭ ਤੋਂ ਵੱਡੀ ਤਾਂ ਗੱਲ ਆ ਵੀ ਤੁਸੀਂ ਯਾਦ ਕਰਾ ਦਿੱਤਾ ਕਿ ਬਿਲਕੁਲ ਥਾਣੇ ਦੇ ਆਪੋਜ਼ਿਟ ਇਹ ਘਟਨਾ ਹੋਈ ਆ, ਤੇ ਕਿਤੇ ਨਾ ਕਿਤੇ ਜਿਹੜੀ ਪੰਜਾਬ ਪੁਲਿਸ ਦਾ ਕਿਰਦਾਰ ਆ, ਉਹ ਸਾਫ਼ ਨਹੀਂ ਰਿਹਾ। ਇੱਕ ਖੌਫ ਹੁੰਦਾ ਸੀ ਪੰਜਾਬ ਪੁਲਿਸ ਦਾ, ਉਹ ਹੈ ਨਹੀਂ। ਪੁਲਿਸ ਨੂੰ ਜੇਕਰ ਇਹ ਚੋਰ ਉਹ ਚੱਕਿਆਂ ਲੰਡਿਆਂ ਲੁੱਚਿਆਂ ਦੇ ਉੱਤੇ ਕਾਬੂ ਪਾਉਣਾ ਪੁਲਿਸ ਨੇ, ਤਾਂ ਜਿਹੜੇ ਪਹਿਲੇ ਰੂਪ ਦੇ ਵਿੱਚ, ਭਾਵੇਂ ਕਿ ਉੱਥੇ ਕਈ ਵਾਰੀ ਜਿਹੜੇ ਸਾਡੇ ਵਰਗੀ ਰੌਲਾ ਪਾਉਣੇ, ਹਿਊਮਨ ਰਾਈਟਸ ਦਾ ਰੌਲਾ ਪਾਉਣ ਵਾਲੇ, ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਣ ਵਾਲੇ ਨੇ, ਉਹ ਵੀ ਲੋਕ ਖੜੇ ਨੇ। ਪਰ ਕਿਤੇ ਨਾ ਕਿਤੇ ਪੁਲਿਸ ਨੂੰ ਆਪਣਾ ਜਿਹੜਾ ਰਵੱਈਆ ਸਾਫ਼ ਸੁਥਰਾ, ਆਪਣੀ ਛਵੀ ਸਾਫ਼ ਕਰਕੇ ਫਿਰ ਜਿਹੜਾ ਆਪਣਾ ਰਵੱਈਆ, ਪੁਲਿਸ ਵਾਲਾ ਰਵੱਈਆ ਦਿਖਾਉਣਾ ਚਾਹੀਦਾ, ਤਾਂ ਕਿ ਇਹਨਾਂ ਲੋਕਾਂ ਦੇ ਵਿੱਚ ਖੌਫ ਪੈਦਾ ਹੋਵੇ ਤੇ ਜੁਰਮ ਘਟੇ। ਮੈਂ ਉਹੀ ਗੱਲ ਕਰਦਾ ਸੀ ਕਿ ਅਗਰ ਫਰਜ਼ ਕਰੋ ਇਹਦੇ ਦੀ ਜਗ੍ਹਾ ਤੇ ਪੁਲਿਸ ਵਾਲਿਆਂ ਦਾ ਕੋਈ ਮੁਲਾਜ਼ਮ ਹੁੰਦਾ, ਤਾਂ ਵੀ ਪੁਲਿਸ ਨਾਲ ਡਿਲੇ ਕਰਦੀ। ਕੋਈ ਅਫਸਰ ਹੋ ਸਕਦਾ, ਪੁਲਿਸ ਮੁਲਾਜ਼ਮ ਦਾ ਬੰਦਾ ਹੋ ਸਕਦਾ, ਪੋਲੀਟੀਕਲ ਲੀਡਰ ਦਾ ਕੋਈ ਘਰ ਦਾ ਜੀ ਹੁੰਦਾ, ਤਾਂ ਵੀ ਪੁਲਿਸ ਨਾਲ ਡਿਲੇ ਕਰ। ਦੇਖੋ ਜਦੋਂ ਪੁਲਿਸ ਦਾ ਮਾਮਲਾ ਹੁੰਦਾ, ਪੁਲਿਸ ਵਾਲੇ ਬੜੀ ਜਲਦੀ ਕੰਮ ਕਰਦੇ ਨੇ, ਤੇ ਉਹੀ ਪੁਲਿਸ ਹੁੰਦੀ ਆ ਜਦੋਂ ਪੁਲਿਸ ਵਾਲਿਆਂ ਦੇ ਕਿਸੇ ਬੰਦੇ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ। ਉਹੀ ਪੁਲਿਸ ਹੁੰਦੀ ਆ ਜਦੋਂ ਕਿਸੇ ਪੋਲੀਟੀਕਲ ਬੰਦੇ ਦੇ ਉੱਤੇ ਹੁੰਦੀ ਆ। ਉਹੀ ਪੁਲਿਸ ਆ ਜਿਹੜੀ ਅਮਰਤਪਾਲ ਦੀ ਪਲ-ਪਲ ਦੀ ਵੀਡੀਓ ਜਾਰੀ ਕਰਦੀ ਸੀ, ਕਿਉਂਕਿ ਅਮਰਤਪਾਲ ਦਾ ਕਾਂਡ ਬੜਾ ਮਸ਼ਹੂਰ ਹੋਇਆ, ਜਿੱਥੇ ਵੀ ਦਿਖਦਾ ਸੀ ਉਹਦੀ ਫੋਟੋ ਜਾਰੀ ਆ। ਮਤਲਬ ਕਿ ਜਿਹੜਾ ਜੇ ਅਮਰਤਪਾਲ ਦੇ ਮਾਮਲੇ ਦੇ ਵਿੱਚ ਜਾਂ ਪੁਲਿਸ ਦੇ ਆਪਣੇ ਮਾਮਲੇ ਦੇ ਜਾਂ ਪੋਲੀਟੀਕਲ ਮਾਮਲਿਆਂ ਦੇ ਵਿੱਚ ਪੁਲਿਸ ਇੰਨੀ ਆਪਣਾ ਰੁਖ, ਜਿਹੜਾ ਰੂਪ ਆ, ਜਿਹੜਾ ਉਹ ਦਿਖਾ ਸਕਦੀ ਆ ਵੀ ਅਸੀਂ ਆਹ ਸਾਡਾ ਰੂਪ ਆ,
ਤੇ ਫਿਰ ਦੀਪਕ ਕੁਮਾਰ ਤੇ ਹਿਰਦੇ ਰਾਮ ਦੇ ਵਿੱਚ ਮਾਮਲੇ ਦੇ ਵਿੱਚ ਕਿਉਂ ਨਹੀਂ? ਕਿਉਂਕਿ ਬਾਸਤੀ ਚੌਂਕ ਤੇ ਸਭ ਤੋਂ ਵੱਡੀ ਗੱਲ ਹੋਰ ਆ ਕਿ ਬਾਸਤੀ ਚੌਂਕ ਦੇ ਵਿੱਚ ਹਮੇਸ਼ਾ ਪੁਲਿਸ ਹੁੰਦੀ ਆ, ਤੇ ਉਸ ਦਿਨ ਪੁਲਿਸ ਹੀ ਨਹੀਂ ਸੀ। ਕਿਤੇ ਨਾ ਕਿਤੇ ਇੱਕ ਵੀ ਵੱਡੀ ਉਹ ਆ ਵੀ ਰਾਤ ਨੂੰ ਤੁਸੀਂ ਇੱਕ ਚੌਂਕ ਨੂੰ ਹੀ ਪੁਲਿਸ ਤੋਂ ਸੁਣਨਾ ਛੱਡ ਰਹੇ ਹੋ। ਇਹ ਚੀਜ਼ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਉੱਥੇ ਜਿਹੜਾ ਪੁਲਿਸ ਮੁਲਾਜ਼ਮ ਜੇ ਸੀ ਤਾਂ ਹੈ ਸੀ, ਜੇ ਨਹੀਂ ਸੀ ਤਾਂ ਪੁਲਿਸ ਨੇ ਕਿਉਂ ਨਹੀਂ ਲਗਾਏ? ਸਵਾਲ ਆ ਜਥੇਬੰਦੀ ਵੱਲੋਂ ਵੀਰਾਂ ਦੀ ਕਿੱਦਾਂ ਮਦਦ ਕੀਤੀ ਜਾਵੇਗੀ? ਤੁਸੀਂ ਕਹਿੰਦੇ ਹੋ ਜੀ ਐਕਸ਼ਨ ਸਾਹਿਬ ਨੂੰ ਮਿਲ ਕੇ ਆਏ ਆ, ਕੀ ਭਰੋਸਾ ਦਿੱਤਾ ਗਿਆ, ਕੀ ਗੱਲ ਆ ਇਹਨਾਂ ਦੇ ਪ੍ਰਭਾਵ ਥੱਲੇ ਕੋਈ ਪੁਲਿਸ ਐਕਸ਼ਨ ਲਵੇਗੀ? ਅਗਰ ਕੋਈ ਨਹੀਂ ਐਕਸ਼ਨ ਹੁੰਦਾ ਤਾਂ ਜਥੇਬੰਦੀ ਕਿੱਥੇ ਤੱਕ ਜਾ ਸਕਦੀ? ਦੇਖੋ ਜਿਵੇਂ ਸਾਡੇ ਆਗੂਆਂ ਨੇ ਦੱਸਿਆ ਵੀ ਆ, ਤੇ ਇਸ ਦੇ ਨਾਲ ਉਹਨਾਂ ਨੇ ਦੱਸ ਦਿੱਤਾ ਕਿ ਸਰਦਾਰ ਜਗਮੋਹਨ ਸਿੰਘ ਜੰਡੂ ਜੀ ਜਿਹੜੇ ਐਕਸੀਅਨ ਨੇ ਇੱਥੇ, ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਕਿਹਾ ਗਿਆ ਕਿ ਹਜੇ ਤੱਕ ਜੇਕਰ ਤੁਸੀਂ ਆਪਣੇ ਪੱਧਰ ਤੇ ਕਾਰਵਾਈ ਨਹੀਂ ਕੀਤੀ ਤਾਂ ਤੁਸੀਂ ਆਪਣੇ ਪੱਧਰ ਦੇ ਉੱਤੇ ਪੁਲਿਸ ਕਮਿਸ਼ਨਰ ਲੁਧਿਆਣਾ, ਕਿਉਂਕਿ ਮਾਮਲਾ ਦੋ ਥਾਣਿਆਂ ਦਾ, ਇੱਕ ਜਮਾਲਪੁਰ ਥਾਣੇ ਦਾ ਦੀਪਕ ਦਾ ਤੇ ਦੂਜਾ ਹਿਰਦੇ ਰਾਮ ਦਾ ਮਾਮਲਾ ਹੈਗਾ ਬਾਸਤੀ ਥਾਣੇ ਦਾ, ਤੇ ਦੋਨਾਂ ਦੇ ਏਸੀਪੀ ਤੇ ਏਡੀਸੀਪੀ ਵੀ ਵੱਖਰੇ ਵੱਖਰੇ ਨੇ। ਇਸ ਕਰਕੇ ਸੀਪੀ ਹੀ ਮੇਨ ਆ ਉਹਨਾਂ ਦਾ, ਵੀ ਤੁਸੀਂ ਸੀਪੀ ਨੂੰ ਜਿਹੜੀ ਲੈਟਰ ਕੱਢਣੀ ਆ ਤੁਸੀਂ ਥਾਣੇ ਨੂੰ ਨਾ ਕੱਢੋ, ਤੁਸੀਂ ਸੀਪੀ ਨੂੰ ਕੱਢੋ। ਸੀਪੀ ਤੇ ਉਹ ਤੋਂ ਬਾਅਦ ਜਿਹੜੇ ਦੋਏ ਮਾਮਲਿਆਂ ਦੇ ਵਿੱਚ ਐਸਡੀਓ ਸਾਹਿਬਾਨ ਨੇ ਜਿਹੜੇ ਉਹ ਥਾਣੇ ਵਾਲੇ ਮੁਖੀਆਂ ਨੂੰ ਮਿਲਣ। ਤੇ ਉਹ ਤੋਂ ਬਾਅਦ ਇੱਕ ਗੱਲ ਹੋਰ ਕਰ ਦਿੰਦਾ, ਰਿਸ਼ਪਾਲ ਜੀ ਨੇ ਇੱਕ ਗੱਲ ਸਾਫ਼ ਕਹੀ ਆ ਵੀ ਥਾਣੇ ਦੀ ਬਿਜਲੀ ਪਹਿਲਾਂ ਵੀ ਬੰਦ ਕਰ ਚੁੱਕੇ ਆ। ਜੇ ਇਹਨਾਂ ਨੇ ਆਪਣੀ ਕਾਰਗੁਜ਼ਾਰੀ ਨਾ ਠੀਕ ਕੀਤੀ ਤੇ ਜਿਵੇਂ ਬਸਤੀ ਥਾਣੇ ਦੀ ਵੀ ਲਾਈਟ ਬੰਦ ਕਰਾਂਗੇ, ਜੋ ਫਿਰ ਆਪਣੀ ਕਾਰਵਾਈ ਕਰੀ ਜਾਣ। ਔਰ ਉਸ ਤੋਂ ਬਾਅਦ ਜਮਾਲਪੁਰ ਥਾਣਾ ਭਾਵੇਂ ਕਿ ਸੋਲਰ ਸਿਸਟਮ ਤੇ ਚੱਲ ਪਿਆ, ਪਰ ਜਿਹੜੀ ਮੁੰਡੀਆਂ ਚੌਂਕੀ ਪੈਂਦੀ ਆ ਉੱਥੇ ਤਾਂ ਬਿਜਲੀ ਹੋ ਜਾਂਦੀ ਆ, ਫਿਰ ਉਹਦੀ ਵੀ ਸਪਲਾਈ ਬੰਦ ਕਰਾਂਗੇ। ਦੋਨੇ ਮਾਮਲਿਆਂ ਦੇ ਵਿੱਚ ਅਸੀਂ ਕਲਮ ਤੇ ਔਜ਼ਾਰ ਛੱਡੋ ਹੜਤਾਲ ਦੇ ਤਹਿਤ ਇਹਨਾਂ ਦੀ ਲਾਈਟਾਂ ਵੀ ਬੰਦ ਕਰਾਂਗੇ। ਫਿਰ ਇਹ ਸਾਡੇ ਤੇ ਕੋਈ ਕਾਰਵਾਈ ਜੋ ਮਰਜ਼ੀ ਕਰੀ ਜਾਣ, ਉਹ ਫਿਰ ਬਾਅਦ ਦਾ ਮਾਮਲਾ ਉਹ ਅਸੀਂ ਨਿਪਟਾਂਗੇ ਫਿਰ ਉਹਦੇ ਨਾਲ ਵੀ। ਧੰਨਵਾਦ ਜੀ ਗੁਰਪ੍ਰੀਤ ਜੀ ਸਮਾਂ ਦੇਣ ਲਈ। ਗੱਲਬਾਤ ਕਰੀਏ, ਤੁਹਾਡੇ ਬਿਜਲੀ ਮੁਲਾਜ਼ਮ ਨੇ ਜਿਹੜੇ ਆਗੂ ਨੇ ਵੀਰ ਦੱਸੇ ਜਾਂਦੇ ਨੇ, ਨਾਲ ਡਿਪਾਰਟਮੈਂਟ ਹਿੱਕ ਡਾਹ ਕੇ ਉਹਨਾਂ ਦੇ ਖੜਾ ਵਾ, ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ, ਕਿਉਂਕਿ ਅਗਰ ਬਿਜਲੀ ਮੁਲਾਜ਼ਮ ਜਿਹੜੇ ਦਿਨ ਰਾਤ ਇੱਕ ਕਰਦੇ ਨੇ, ਇਹਨਾਂ ਦੇ ਜਿਹੜੇ ਬੰਦਿਆਂ ਦੇ ਨਾਲ ਜਿਹੜਾ ਕਿ ਐਡਾ ਵੱਡਾ ਸੀਨ ਕ੍ਰੀਏਟ ਹੋ ਗਿਆ, ਉਹਨਾਂ ਦੇ ਉੱਤੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਪਰ ਕਿਤੇ ਨਾ ਕਿਤੇ ਐਕਸ਼ਨ ਸਾਹਿਬ ਤੋਂ ਫੋਨ ਕਰਾਂ ਦੀ ਗੱਲਾਂ ਕਰਦੇ ਆ। ਅਗਰ ਉਹਨਾਂ ਦੇ ਕਿਸੇ ਦੇ ਉੱਤੇ ਵੀ ਪੁਲਿਸ ਨਹੀਂ ਕੰਮ ਕਰਦੀ ਤਾਂ ਇੱਕ ਆਮ ਬੰਦੇ ਦੀ ਸੁਣਵਾਈ ਪੁਲਿਸ ਕਿੱਥੇ ਕਰ ਦੇਵੇਗੀ? ਪੁਲਿਸ ਵਾਸਤੇ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ। ਅਗਰ ਵੀਡੀਓ ਕਿਤੇ ਵੱਡੇ ਅਧਿਕਾਰੀਆਂ ਤੱਕ ਜਾਂਦੀ ਆ ਤਾਂ ਕਿਤੇ ਨਾ ਕਿਤੇ ਸਬਕ ਲੈਣਾ ਚਾਹੀਦਾ। ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਵੱਡੇ ਵੱਡੇ ਦਾਅਵੇ ਕਰਦੀ ਆ, ਪਰ ਇਹ ਕੇਸ ਜਿਹੜੇ ਕਿ ਨਿਕਲ ਕੇ ਸਾਹਮਣੇ ਆਏ, ਇਹਨਾਂ ਤੋਂ ਉਹਨਾਂ ਦੀ ਕਾਰਗੁਜ਼ਾਰੀ ਬਿਲਕੁਲ ਸਾਫ਼ ਸਾਹਮਣੇ ਆਉਂਦੀ ਆ। ਸ਼ਰਾਰਤੀ ਅਨਸਰ ਜਾਂ ਨਸ਼ਾ ਤਸਕਰਾਂ ਦੀ ਗੱਲ ਕਰਾਂ, ਇੰਨਾ ਕੁ ਉਹਨਾਂ ਦੇ ਵਿੱਚ ਪੁਲਿਸ ਦਾ ਖੌਫ ਦੀ ਗੱਲ ਕਰਾਂ ਬਿਲਕੁਲ ਖਤਮ ਹੋ ਗਿਆ, ਜਿਹਦੇ ਕਰਕੇ ਸੜਕਾਂ ਉੱਤੇ ਦਿਨ ਰਾਤ ਵਾਰਦਾਤਾਂ ਹੁੰਦੀਆਂ ਨੇ, ਸਨੈਚਿੰਗਾਂ ਹੁੰਦੀਆਂ ਨੇ, ਮੋਬਾਈਲ ਖੋਏ ਜਾਂਦੇ ਨੇ, ਕਦੇ ਕਿਸੇ ਔਰਤ ਨਾਲ ਕੁੱਟਮਾਰ ਹੁੰਦੀ ਆ, ਪਰ ਪੁਲਿਸ ਦੀ ਆਊਟਪੁੱਟ ਇਹਨਾਂ ਕੇਸਾਂ ਦੇ ਵਿੱਚ ਬੰਦੇ ਫੜਨ ਨੂੰ ਜ਼ੀਰੋ ਆ। ਅਗਰ ਕਿਤੇ ਲੋਕ ਆਪਣੇ ਪੱਧਰ ਦੇ ਉੱਤੇ ਆਪ ਬੰਦੇ ਫੜ ਲੈਂਦੇ ਆ ਤਾਂ ਪਰ ਪੁਲਿਸ ਕਹਿੰਦੀ ਹੈ ਕਿਤੇ ਨਾ ਕਿਤੇ ਲੋਕ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਆ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਛੱਡ ਦਿੱਤਾ ਜਾਂਦਾ, ਪ੍ਰੋਪਰ ਕਾਰਵਾਈ ਨਹੀਂ ਹੁੰਦੀ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪੁਲਿਸ ਕਿੱਦਾਂ ਮੁਸ਼ਤੈਦ ਹੁੰਦੀ ਆ, ਕਿੱਦਾਂ ਲੋਕਾਂ ਨੂੰ ਇਨਸਾਫ ਮਿਲਦਾ, ਕਿੱਦਾਂ ਲੁਧਿਆਣੇ ਦੇ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਂਦੀ ਆ। ਇਸ ਤੋਂ ਬਾਅਦ ਜੋ ਵੀ ਅਪਡੇਟ ਸੁਣ ਕੇ ਤੁਹਾਡੇ ਨਾਲ ਜਰੂਰ ਸਾਂਝੇ ਕਰੂੰਗਾ। ਕੈਮਰਾ ਪਰਸਨ ਸ਼ਿੰਦੇ ਨਾਲ ਮੈਂ ਰਮਦਰ ਜੋਤੀ, ਧੰਨਵਾਦ। ਐਕਸ਼ਨ ਸਾਹਿਬ, ਲਗਾਤਾਰ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਤੁਹਾਡੇ ਇੱਥੇ ਕੰਮ ਕਰਦੇ ਸੀਗੇ, 3 ਜਾਂ 4 ਦਿਨ ਤੋਂ 2 ਹਾਦਸੇ ਬਿਜਲੀ ਮੁਲਾਜ਼ਮਾਂ ਦੇ ਉੱਤੇ ਹੋ ਕੇ ਲੁੱਟਾਂ ਖੋਹਾਣੇ ਵੱਲੋਂ ਹਮਲਾ ਕੀਤਾ ਗਿਆ, ਪੈਸੇ ਵੀ ਲੁੱਟੇ ਗਏ ਨੇ, ਦਾਤ ਨਾਲ ਵੱਢ ਟੁੱਕ ਵੀ ਕੀਤੀ ਗਈ ਆ, ਪਰ ਉਹ ਮੁਲਾਜ਼ਮ ਕਹਿ ਰਹੇ ਨੇ ਕਿਤੇ ਨਾ ਕਿਤੇ ਪੁਲਿਸ ਵੱਲੋਂ ਸੁਣਵਾਈ ਹੋ ਰਹੀ ਹੈ। ਡਿਪਾਰਟਮੈਂਟ ਕਿੱਦਾਂ ਸਰ ਸਾਥ ਦੇਗਾ ਜੀ ਉਹਨੂੰ? ਦੇਖੋ ਡਿਪਾਰਟਮੈਂਟ ਇਹਨਾਂ ਗੱਲਾਂ ਨੂੰ ਬੜੀ ਸੀਰੀਅਸਲੀ ਲੈਂਦਾ ਜੀ। ਸਾਡੀ ਜਿਹੜੀ ਡਿਊਟੀ ਹੈਗੀ ਹੈ 24 ਘੰਟੇ ਦੀ ਡਿਊਟੀ ਹੈ ਜੀ। ਰਾਤ ਨੂੰ, ਦਿਨ ਨੂੰ, ਮੀਚ ਨੇਰੀ 'ਚ ਹਰ ਵੇਲੇ ਸਾਡਾ ਮੁਲਾਜ਼ਮ ਬਾਹਰ ਜਾਂਦਾ ਜੀ। ਤੇ ਇਸ ਗੱਲ ਨੂੰ ਦੇਖਦੇ ਹੋਏ ਇੱਕ ਤਾਂ ਅਸੀਂ ਗੱਡੀ ਦਾ ਪ੍ਰਬੰਧ ਕਰ ਰਹੇ ਹਾਂ। ਸ਼ਾਮ ਨੂੰ ਇੱਥੇ ਇੱਕ ਵਹੀਕਲ ਹੋਊਗਾ ਤੇ 4 ਵੀਲਰ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਸਾਡਾ ਬੰਦਾ ਜਾਵੇ। ਸੈਕੰਡਲੀ ਪੁਲਿਸ ਮਹਿਕਮੇ ਨਾਲ ਗੱਲ ਕੀਤੀ ਹੈ, ਐਸਟੀਓ ਸਾਹਿਬ ਦੀ ਡਿਊਟੀ ਲਈ ਹੈ ਕਿ ਜਾ ਕੇ ਥਾਣੇਦਾਰ ਨੂੰ ਵੀ ਮਿਲਣ, ਤੇ ਮੈਂ ਆਪ ਵੀ ਏਸੀਪੀ ਨੂੰ, ਡੀਸੀਪੀ ਨੂੰ ਮਿਲਣ ਦੀ ਅੱਗੇ ਸਾਡੇ ਹੈਗਾ ਪ੍ਰਪੋਜ਼ਲ ਮਿਲਣ ਦਾ, ਚਿੱਠੀ ਅਸੀਂ ਆਲਰੇਡੀ ਲਿਖ ਚੁੱਕੇ ਹਾਂ। ਠੀਕ ਹੈ ਜੀ ਸਰ, ਕੰਡੀਸ਼ਨਸ ਕਿੱਦਾਂ ਨੇ ਜਿਹੜੇ ਬੰਦੇ ਦੇ ਸੱਟਾਂ ਮਾਰੀਆਂ ਨੇ? ਡਿਊਟੀ ਤੇ ਆ ਰਹੇ ਆ, ਘਰੇ ਆ ਰਸਤੇ? ਨਹੀਂ ਜੀ ਨਹੀਂ, ਹਲੇ ਹਸਪੀਟਲਾਈਜ਼ਡ ਹੀ ਹੈਗਾ। ਓਕੇ। ਸੱਟ ਉਹਦੇ ਕਾਫੀ ਲੱਗੀ ਹੈ, ਸੁਣਨ ਚ ਆਇਆ ਕਿ ਉਹਦੀ ਫ੍ਰੈਕਚਰ ਵੀ ਹੋਇਆ ਬਾਂਹ ਦਾ ਜੀ, ਤੇ ਟਾਈਮ ਲੱਗ ਜਾਣਾ ਹੁਣ ਤਾਂ। ਸਰ, ਲਗਾਤਾਰ ਪੰਜਾਬ ਦੇ ਵਿੱਚ ਵਾਰਦਾਤਾਂ ਹੁੰਦੀਆਂ ਆ ਰਹੀਆਂ ਨੇ ਕਿ ਬਿਜਲੀ ਡਿਪਾਰਟਮੈਂਟ ਦੇ ਸਰਕਾਰੀ ਅਦਾਰਿਆਂ 'ਚ ਕੰਮ ਕਰਨ ਵਾਲੇ ਬੰਦਿਆਂ ਨਾਲ ਇਸ ਤਰ੍ਹਾਂ ਦੇ ਸੀਨ ਕ੍ਰੀਏਟ ਹੁੰਦੇ ਆ, ਸਰਕਾਰੀ ਮੁਲਾਜ਼ਮਾਂ ਦੀ ਨਹੀਂ ਸੁਣੀ ਜਾਂਦੀ, ਤਾਂ ਸਰ ਆਮ ਬੰਦੇ ਦੀ ਸੁਣਵਾਈ ਕਿੱਦਾਂ ਹੋਏਗੀ? ਦੇਖੋ ਵਾਰਦਾਤ ਤਾਂ ਲਾਅ ਐਂਡ ਆਰਡਰ ਦਾ ਮੈਟਰ ਹੈ, ਸਾਡੇ ਬੰਦੇ ਤਾਂ ਕਰਦੇ ਦਿਨ ਰਾਤ ਡਿਊਟੀ। ਠੀਕ ਹੈ ਜੀ, ਉਹਨਾਂ ਨੂੰ ਹਰ ਵੇਲੇ ਬਾਹਰ ਜਾਣਾ ਪੈਂਦਾ ਤੇ ਬਾਹਰ ਉਹਨਾਂ ਦਾ ਧਿਆਨ ਬੇਸਿਕਲੀ ਆਪਣੇ ਕੰਮ ਤੇ ਹੁੰਦਾ, ਤੇ ਇਕੱਲਿਆਂ ਨੂੰ ਦੇਖ ਕੇ ਜਿਹੜੇ ਗਲਤ ਅਨਸਰ ਨੇ ਉਹ ਫਿਰ ਆਪਣਾ ਸ਼ਿਕਾਰ ਬਣਾਉਂਦੇ ਨੇ। ਔਰ ਸਰ, ਕੁਝ ਜਥੇਬੰਦੀਆਂ ਦੇ ਮੈਂਬਰ ਵੀ ਤੁਹਾਡੇ ਕੋਲ ਪਹੁੰਚਿਆ, ਕਿਹਾ ਤੁਹਾਨੂੰ ਲੈਟਰ ਵੀ ਲਿਖ ਕੇ ਦਿੱਤਾ ਉਹਨਾਂ ਨੇ? ਹਾਂਜੀ। ਕਿਸ ਤਰ੍ਹਾਂ ਦੀ ਯਾਨੀ ਕਿ ਸਪੋਰਟ ਬਿਜਲੀ ਬੋਰਡ ਕਰੇਗਾ ਉਹਨਾਂ ਦੀ, ਔਰ ਵੀ ਤਾਂ ਕਿ ਉਸ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਸਮਾਜ ਕਰ ਰਿਹਾ ਉਹਨਾਂ ਨੂੰ ਨੱਥ ਪਾਈ ਜਾ ਸਕੇ? ਦੇਖੋ ਐਜ਼ ਅ ਡਿਪਾਰਟਮੈਂਟ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਜੀ। ਸਾਡੇ ਕਿਸੇ ਵੀ ਮੁਲਾਜ਼ਮ ਤੇ ਕੋਈ ਇੰਜਰੀ ਹੈਗੀ ਹੈ, ਕੋਈ ਵੀ ਡਿਊਟੀ ਦੇ ਦੌਰਾਨ ਉਹਦੇ ਨਾਲ ਕੋਈ ਹਾਦਸਾ ਵਾਪਰਦਾ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਇਸੇ ਤਰ੍ਹਾਂ ਹੀ ਜੋ ਇਹਨਾਂ ਦੀ ਮੁਲਾਜ਼ਮਾਂ ਦੀ ਆਪਣੀਆਂ ਜੋ ਜਥੇਬੰਦੀਆਂ ਹੁੰਦੀਆਂ ਨੇ ਉਹ ਇਹਨਾਂ ਦੀ ਸਪੋਰਟ ਤੇ ਆਉਂਦੀਆਂ ਨੇ,
ਅਸੀਂ ਮਿਲ ਜੁਲ ਕੇ ਕੰਮ ਕਰਦੇ ਹਾਂ ਫॉर ਦੀ ਬੈਟਰਮੈਂਟ ਆਫ ਸੋਸਾਇਟੀ। ਠੀਕ ਹੈ ਜੀ, ਤੇ ਇੱਕ ਦੂਜੇ ਦਾ ਦੁੱਖ 'ਚ ਸਾਥ ਨਹੀਂ ਦੇਣਾ ਤਾਂ ਫਿਰ ਕਦੋਂ ਦੇਣਾ। ਸਰ ਇੱਕ ਆਖਰੀ ਕੁਐਸਚਨ ਹੈ, ਇਹ ਤਾਂ ਡਿਪਾਰਟਮੈਂਟ ਦੀ ਗੱਲ ਹੋ ਗਈ, ਸਮਾਜ ਦੇ ਵਿੱਚ ਵੀ ਕਈ ਲੋਕ ਇਦਾਂ ਦੇ ਹੋਣਗੇ, ਹਰ ਪਾਸੇ ਪੀੜਤ ਹੋਣਗੇ। ਇੱਕ ਪੁਲਿਸ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕੀ ਅਪੀਲ ਜਾਂ ਕੋਈ ਹੋਵੇ ਕਿ ਆਮ ਲੋਕਾਂ ਦੀ ਵੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ? ਕਿਤੇ ਨਾ ਕਿਤੇ ਸਨੈਚਿੰਗਸ, ਮੋਬਾਈਲਸ ਉਹ ਦਿਨ ਦਿਹਾੜੇ ਵਾਰਦਾਤਾਂ ਹੁੰਦੀਆਂ ਨੇ, ਤਾਂ ਰਾਤ ਦਾ ਸਮਾਂ ਸੀ ਸਰ, ਉਹਨਾਂ ਵਾਸਤੇ ਥੋੜਾ ਜਿਹਾ ਪੁਲਿਸ ਨੂੰ ਕੁਝ ਅਵੇਅਰਨੈਸ ਵਾਸਤੇ ਜਾਂ ਕੁਝ ਕਹਿਣਾ ਚਾਹੋਗੇ? ਦੇਖੋ ਜ਼ਿਆਦਾ ਤਾਂ ਇਹ ਪੁਲਿਸ ਦਾ ਆਪਣਾ ਨਿੱਜੀ ਮੈਟਰ ਹੈ, ਉਹਨਾਂ ਨੇ ਕਿਵੇਂ ਲਾਅ ਐਂਡ ਆਰਡਰ ਨੂੰ ਡੀਲ ਕਰਨਾ। ਉਹ ਸਾਡਾ ਸੁਜੈਸ਼ਨ ਇਹ ਹੈ ਕਿ ਨਾਕੇ ਲੱਗਣੇ ਚਾਹੀਦੇ ਨੇ, ਰਾਤ ਨੂੰ ਇਹਨਾਂ ਦੀ ਗਸ਼ਤ ਹੋਣੀ ਚਾਹੀਦੀ ਹੈ, ਕਿਉਂਕਿ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਦੇ ਬੜੇ ਕੇਸਿਸ ਬਾਹਰ ਆ ਰਹੇ ਨੇ, ਇਦਾਂ ਦੇ ਲੁੱਟ ਖੋਹ ਦੇ ਆ ਰਹੇ ਨੇ, ਤੇ ਦੈਟ ਮੀਨਸ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਮਿਸਿੰਗ ਹੈਗਾ ਹੀ ਹੈ। ਠੀਕ ਹੈ ਸਰ, ਧੰਨਵਾਦ।